मैं तुहानूं दिखा देना मैं मेरे कोल भी है ए देखो ਇਹਨੂੰ ਛੱਡ ਦਿਓ नहीं नहीं ਇਹ ਤਾਂ ਤੁਸੀਂ ਪੜ੍ਹੀ ਜਾਂਦੇ ਹੋ ਇਹ ਤਾਂ ਤੁਸੀਂ ਇੱਦਾਂ ਦੱਸਦੇ ਪਏ ਹੋ ਇਹ ਕੀ ਹੋਇਆ ਇਹ ਤਾਂ ਤੁਸੀਂ ਦੇਖ ਦੇਖ ਦੱਸੀ ਜਾਂਦੇ ਹੋ Farmers Produce Trade and Commerce Act 2020 Farmers Agreement on Price Assurance and Farm Services Act 2020 Essential Commodities Act 2020 Amendment ਇਹ ਤਿੰਨ ਬਿੱਲ ਹੈਗੇ ਤੁਸੀਂ ਮੈਂ ਤਾਂ ਬਿਨਾਂ ਦੇਖ ਕੇ ਦੱਸ ਤੁਸੀਂ ਤੁਹਾਡੇ ਕੋਲ ਦੱਸ ਨਹੀਂ ਹੋਏ ਪੰਜ ਫਾਇਦੇ ਗਿਣਾ ਦਿਓ ਇਹਦੇ ਨਾਲ ਕਿਹੜੇ ਫਾਇਦੇ ਹੋਣ ਇੱਕ ਨਵੀਂ ਮੰਡੀ ਪ੍ਰਾਈਵੇਟ ਮੰਡੀ 'ਚ ਵੇਚੇ ਜਿਹੜੀ ਕਿ ਕਿਸੇ ਹੋਰ ਜ਼ਿਲ੍ਹੇ 'ਚ ਵੀ ਹੋ ਸਕਦੀ ਪਹਿਲਾਂ ਕੀ ਸੀ ਉਹ ਲਿਆਉਣ ਦਾ ਮਕਸਦ ਕੀ ਸੀ ਕਿਹੜੇ ਅਜਿਹੇ ਕਿਸਾਨ ਸੀ ਜਿਨ੍ਹਾਂ ਨੇ ਕਹਿਤਾ ਵੀ ਸਾਨੂੰ ਪ੍ਰਾਈਵੇਟ ਮੰਡੀਆਂ ਚਾਹੀਦੀਆਂ ਨੇ ਜਾਂ ਤੇ ਮੇਰੀ ਗੱਲ ਪੂਰੀ ਹੋ ਲੈਣ ਦਿਓ ਹੁਣ ਜਦ ਕਿਸਾਨ ਕਹਿੰਦੇ ਵੀ ਸਾਨੂੰ ਉਹ ਫਾਇਦਾ ਚਾਹੀਦਾ ਹੀ ਨਹੀਂ ਸਾਨੂੰ ਚਾਹੀਦਾ ਵਾ ਵੀ ਸਾਨੂੰ ਆੜਤੀ ਵਾਲਾ ਸਿਸਟਮ ਹੀ ਲੋਟ ਆ ਉਹ ਕਹਿੰਦੇ ਰੱਖ ਦਿਓ ਅਸੀਂ ਉੱਥੇ ਬੋਰੀਆਂ ਰੱਖ ਕੇ ਲੋਟਵਾਂ ਸੀ ਤੁਸੀਂ ਕਹਿੰਦੇ ਹੋ ਕਿ ਕਿਸਾਨ ਕਹਿੰਦਾ ਨਹੀਂ ਚਾਹੁੰਦਾ ਕਿੰਨੇ ਖਾਲੀ ਪੰਜਾਬ ਦੇ ਕਿਸਾਨ ਡਿਸਾਈਡਿੰਗ ਫੈਕਟਰ ਨੇ ਤੁਸੀਂ ਸਿੰਘੂ ਬਾਰਡਰ ਜਾਂ ਕੁੰਡਲੀ ਬਾਰਡਰ ਗਏ ਹੋ ਤੁਸੀਂ ਮੇਰੀ ਗੱਲ ਸੁਣੋ ਇੱਕ ਮਿੰਟ ਧਿਆਨ ਦਿਓ ਉੱਥੇ ਜਾ ਕੇ ਗੇੜਾ ਮਾਰੋ ਸਾਰੇ ਪਾਸੇ ਗੇੜਾ ਮਾਰ ਕੇ ਆਓ ਤੇ ਦੇਖੋ ਕਿਹੜੀ ਕਿਹੜੀ ਲੈਂਗੁਏਜ ਵਾਲੇ ਬੈਠੇ ਨੇ ਉੱਥੇ ਲੈਂਗੁਏਜ ਤੋਂ ਪਛਾਣ ਲਓ ਕਿ ਕਿਹੜੇ ਸਟੇਟ ਦੇ ਬੰਦੇ ਨੇ ਇਹ ਸਾਰਾ ਕਾਂਗਰਸ ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਭੜਕਾਇਆ ਹੋਇਆ ਹੈ ਕਿਸਾਨਾਂ ਨੂੰ ਤਾਂ ਕਿ ਉੱਥੇ ਜਾ ਕੇ ਬੈਠਣ ਤੇ ਆਪਣੀ ਰਾਜਨੀਤਿਕ ਰੋਟੀਆਂ ਸੇਕ ਸਕਣ ਇਹ ਆਪਣੇ ਪੰਜਾਬ ਦੇ ਮੁੱਦਿਆਂ ਤੋਂ ਭਟਕ ਜਾਣ ਪੰਜਾਬ ਦੇ ਮੁੱਦਿਆਂ ਤੋਂ ਭਟਕ ਜਾਣ ਬੀਜੇਪੀ ਸਰਕਾਰ ਤੁਸੀਂ ਬਲੇਮ ਕਰਦੇ ਪਏ ਹੋ ਨਾ ਬਲੇਮ ਗੇਮ ਜਿਹੜੀ ਖੇਡੀ ਜਾ ਰਹੀ ਹੈ ਬਲੇਮ ਗੇਮ ਖੇਡੀ ਜਾ ਰਹੀ ਕੋਈ ਬੀਜੇਪੀ ਕਾਂਗਰਸ ਉੱਤੇ ਕਾਂਗਰਸ ਬੀਜੇਪੀ ਉੱਤੇ ਇੱਕ ਦੂਜੇ ਨੇ ਬਲੇਮ ਕਿਉਂ ਖੇਡੇ ਜਾ ਰਹੇ ਆ ਕੀ ਕੇਂਦਰ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਭਾਈ ਉਹਨਾਂ ਨੂੰ ਉਠਾਉਣ ਦੀ ਜਬਰਨ ਕੋਸ਼ਿਸ਼ ਕੀਤੀ ਟਕੈਤ ਨਾਲ ਕੀ ਹੋਇਆ ਜਿਹੜੇ ਟਕੈਤ ਨੇ ਉਹਨਾਂ ਨਾਲ ਕੀ ਹੋਇਆ ਤੁਸੀਂ ਨਿਊਜ਼ ਪਤਾ ਨਹੀਂ ਕਿਹੜੀਆਂ ਦੇਖਦੇ ਰਹਿੰਦੇ ਹੋ ਮੈਨੂੰ ਸਮਝ ਨਹੀਂ ਆਉਂਦੀ ਪਈ ਹੈਗੀ ਤੁਸੀਂ ਨਿਊਜ਼ ਦੇਖੋ ਵਧੀਆ ਵਾਲੀਆਂ कौन हमारा ट्रैक्टर रोकेगा हम तो दिल्ली के आउटर रिंग रोड से अंदर जाएंगे लाल किले तक जाएंगे कौन रोकेगा यूथ ਨੂੰ ਉਕਸਾਇਆ ਕਿ ਦਿੱਲੀ ਸਾਰਿਆਂ ਦੀ ਆ ਕਿਸੇ ਇੱਕ ਜਾਣੇ ਦੀ ਨਹੀਂ ਹੈਗੀ ਦਿੱਲੀ ਸਰਕਾਰੀ ਨੌਕਰੀ ਦੀ ਗੱਲ ਕਰਦਾ ਮੈਨੂੰ ਉਹ ਚੀਜ਼ ਨਾਲ ਨਹੀਂ ਵੀ ਮੈਨੀਫੈਸਟੋ ਦੇ ਵਿੱਚ ਜਦ ਆਉਂਦਾ ਵਾ ਵੀ ਤੁਹਾਨੂੰ ਰੁਜ਼ਗਾਰ ਮਿਲੂਗਾ ਤਾਂ ਉਹ ਰੁਜ਼ਗਾਰ ਸਰਕਾਰੀ ਮੰਨਿਆ ਜਾਂਦਾ ਵੀ ਅਸੀਂ ਲੋਕਾਂ ਦੇ ਦਿਮਾਗ 'ਚ ਸਰਕਾਰੀ ਆਉਂਦਾ ਵੀ ਸਰਕਾਰੀ ਨੌਕਰੀ ਮਿਲੂਗੀ ਸਾਨੂੰ 2014 ਤੇ 2019 ਦੇ ਭਾਰਤੀ ਜਨਤਾ ਪਾਰਟੀ ਦੇ ਮੈਨੀਫੈਸਟੋ ਦੀ ਗੱਲ ਕਰਦੇ ਨੇ ਕਿਤੇ ਵੀ ਉੱਥੇ ਸਰਕਾਰੀ ਨੌਕਰੀ ਨਹੀਂ ਲਿਖੀ ਧਿਆਨ ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਸੁਣੋ ਮੇਰੀ ਗੱਲ ਜੇ ਘੱਟ ਮਿਲਦਾ ਹੋਊਗਾ ਫੇਰ ਕੀ ਕੀਤਾ ਜਾਊਗਾ ਵੀ ਤੁਹਾਨੂੰ ਇਹਦੇ ਤੇ ਇਹਨਾਂ ਨਾਲ ਤੁਸੀਂ ਪੱਖ ਦੇ ਵਿੱਚ ਪੂਰੇ ਹੋ ਵੀ ਮਤਲਬ ਇਹ ਕਾਨੂੰਨ ਬਿਲਕੁਲ ਸਹੀ ਨੇ ਬਿਲਕੁਲ ਸਹੀ ਨੇ ਮੈਂ ਤੁਹਾਨੂੰ ਇਹਦੇ ਚੋਂ ਫਿਰ ਮੈਨੂੰ ਸਾਰਾ ਕੁਝ ਛੱਡੋ ਪਹਿਲਾਂ ਮੈਨੂੰ ਤਿੰਨ ਨਾਮ ਦੱਸੋ ਪਹਿਲਾਂ ਮੈਨੂੰ ਤਿੰਨ ਨਾਮ ਚਾਹੀਦੇ ਨੇ ਬਾਕੀ ਗੱਲਾਂ ਬਾਅਦ ਚ ਕਰਾਂਗੇ ਪੁਆਇੰਟ ਕੰਪਲੀਟ ਕਰ ਲੈਂਦੇ ਆ ਕਰੋ ਉਹਦਾ ਕਾਰਨ ਹੈ ਕਿ ਡਿਸਟਰੈਕਟ ਹੋ ਜਾਂਦੀ ਹੈ ਚੀਜ਼ ਸਤਿ ਸ਼੍ਰੀ ਅਕਾਲ ਜੀ ਤੁਸੀਂ ਦੇਖ ਰਹੇ ਹੋ ਲੁਧਿਆਣਾ ਟਾਈਮਸ ਤੇ ਮੈਂ ਹਾਂ ਗੁਰਦੀਪ ਸਿੰਘ ਲੰਮੇ ਕਿਸਾਨ ਅੰਦੋਲਨ ਕਾਫੀ ਲੰਬੇ ਸਮੇਂ ਤੋਂ ਚੱਲ ਰਿਹਾ ਹੈ ਕਿਸਾਨਾਂ ਦਾ ਜਿਹੜਾ ਰੌਲਾ ਹੈ ਉਹ ਮੁੱਕਣ ਤੇ ਨਹੀਂ ਆ ਰਿਹਾ ਕਿਉਂਕਿ ਬੀਜੇਪੀ ਨੇ ਆਪਣਾ ਸਟੈਂਡ ਲਿਆ ਹੈ ਬੀਜੇਪੀ ਕਹਿੰਦੀ ਹੈ ਕਿ ਅਸੀਂ ਜਿਹੜੇ ਕਾਨੂੰਨ ਨੇ ਉਹ ਵਾਪਸ ਨਹੀਂ ਲੈਣੇ ਸਾਡਾ ਸਟੈਂਡ ਹੈ ਕਿ ਅਸੀਂ ਵਾਪਸ ਬਿਲਕੁਲ ਵੀ ਨਹੀਂ ਲੈਣੇ ਅਮੈਂਡਮੈਂਟ ਕਰ ਸਕਦੇ ਹਾਂ ਲੇਕਿਨ ਕਿਸਾਨ ਕਹਿੰਦੇ ਕਿ ਅਸੀਂ ਕਾਨੂੰਨ ਰੱਦ ਹੋਣ ਤੋਂ ਬਾਅਦ ਹੀ ਘਰ ਨੂੰ ਜਾਵਾਂਗੇ ਗਾਜ਼ੀਪੁਰ ਬਾਰਡਰ ਤੇ ਵੀ ਤੁਸੀਂ ਦੇਖਿਆ ਕਿ ਗਾਜ਼ੀਪੁਰ ਬਾਰਡਰ ਦੇ ਉੱਤੇ ਕੁਝ ਦਿਨ ਪਹਿਲਾਂ ਵੀ ਜਿਹੜੇ ਹੈ ਟਕੈਤ ਜਿਹੜੇ ਨੇ ਉਹਨਾਂ ਦੇ ਉੱਤੇ ਜਿਹੜਾ ਹੈ ਅਰੈਸਟ ਕਰਨ ਦੇ ਲਈ ਪੁਲਿਸ ਉੱਥੇ ਜਾਂਦੀ ਹੈ ਉਸ ਧਰਨੇ ਦੇ ਉੱਤੇ ਲੇਕਿਨ ਉੱਥੋਂ ਜਿਹੜਾ ਹੈ ਵਾਪਸ ਮੁੜਦੇ ਨੇ ਰਾਤ ਨੂੰ ਉੱਥੇ ਨਕੀਲਾਂ ਲਗਾ ਦਿੱਤੀਆਂ ਜਾਂਦੀਆਂ ਨੇ ਫਿਰ ਉਸ ਤੋਂ ਬਾਅਦ ਕੰਧ ਬਣਾ ਦਿੱਤੀ ਜਾਂਦੀ ਕੰਕਰੀਟ ਦੀ ਪੱਟ ਦਿੱਤਾ ਜਾਂਦਾ ਹੈ ਸਾਰੇ ਰੋਡ ਨੂੰ ਜਿਹੜਾ ਸਿੰਘੂ ਬਾਰਡਰ ਔਰ ਕੁੰਡਲੀ ਬਾਰਡਰ ਦੇ ਵਿਚਕਾਰ ਦਾ ਰਸਤਾ ਹੈ ਸੋ ਇਸ ਤਰੀਕੇ ਨਾਲ ਸਾਰਾ ਚੱਲ ਰਿਹਾ ਹੈ ਔਰ ਤੁਸੀਂ ਹੁਣ ਕੁਝ ਦਿਨਾਂ ਪਹਿਲਾਂ ਵੀ ਦੇਖਿਆ ਹੋਊਗਾ ਕਿ ਪਿਛਲੇ ਹੀ ਦਿਨ ਜਿਹੜਾ ਟਵਿੱਟਰ ਦੇ ਉੱਤੇ ਜਿਹੜਾ ਹੈ ਘਮਾਸਾਨ ਹੋ ਰਿਹਾ ਹੈ ਕਿ ਟਵਿੱਟਰ ਉੱਤੇ ਜਿਹੜੀ ਹੈ ਵਾਰ ਚੱਲਦੀ ਪਈ ਹੈ ਟਵੀਟ ਵਾਰ ਚੱਲਦੀ ਪਈ ਹੈ ਰਿਆਨਾ ਦੇ ਟਵੀਟ ਤੋਂ ਬਾਅਦ ਜਿਹੜੇ ਹੈ ਸੈਲੀਬ੍ਰਿਟੀਜ਼ ਵੀ ਟਵੀਟ ਕਰਨ ਲੱਗੇ ਸੋ ਗੱਲਬਾਤ ਕਰਾਂਗੇ ਵਿਨੀਤਪਾਲ ਮੋਂਗਾ ਜੀ ਮੌਜੂਦ ਨੇ ਬੀਜੇਪੀ ਤੋਂ ਮੋਂਗਾ ਜੀ ਟਵਿੱਟਰ ਤੋਂ ਪਹਿਲਾਂ ਸਟਾਰਟ ਕਰਨਾ ਚਾਹੁੰਦਾ ਮੈਂ ਇਸ ਗੱਲ ਨੂੰ ਕਿਸਾਨੀ ਸੰਘਰਸ਼ ਦੇ ਉੱਤੇ ਪਹਿਲਾਂ ਕਿੰਨੇ ਚਿਰ ਲੰਬੇ ਸਮੇਂ ਤੋਂ ਜਿਹੜਾ ਹੈ ਪ੍ਰੋਟੈਸਟ ਚੱਲਦੇ ਪਏ ਨੇ ਉਦੋਂ ਸਾਡੇ ਸੈਲੀਬ੍ਰਿਟੀਜ਼ ਨਹੀਂ ਬੋਲਦੇ ਉਦੋਂ ਸਾਡੇ ਜਿਹੜੇ ਮੰਤਰੀ ਨੇ ਉਹ ਵੀ ਨਹੀਂ ਛੇਤੀ ਬੋਲਦੇ ਹੈਗੇ ਤਾਂ ਉਸ ਤੋਂ ਬਾਅਦ ਜਦੋਂ ਰਿਆਨਾ ਟਵੀਟ ਕਰਦੀ ਹੈ ਤਾਂ ਕ੍ਰਿਕਟਰ ਵੀ ਆਉਂਦੇ ਨੇ ਸਾਹਮਣੇ ਫਿਰ ਐਕਟਰਸ ਵੀ ਸਾਹਮਣੇ ਆਉਂਦੇ ਕਹਿੰਦੇ ਇੰਡੀਆ ਅਗੇਂਸਟ ਪ੍ਰੋਪੇਗੈਂਡਾ ਇਹ ਹੈਸ਼ਟੈਗ ਚਲਾਇਆ ਗਿਆ ਸੀਗਾ ਤੇ ਉਧਰੋਂ ਬੀਜੇਪੀ ਦਾ ਸਟੈਂਡ ਅਲੱਗ ਹੈ ਕਹਿੰਦੇ ਵੀ ਅਸੀਂ ਕਾਨੂੰਨ ਵਾਪਸ ਨਹੀਂ ਲੈਣੇ ਇਹਨਾਂ ਦੋਨਾਂ ਮੁੱਦਿਆਂ ਬਾਰੇ ਕੀ ਕਹਿਣਾ ਚਾਹੋਗੇ ਦੇਖੋ ਗੱਲ ਇਸ ਤਰ੍ਹਾਂ ਜਿਹੜੀ ਟਵਿੱਟਰ ਵਾਰ ਦੀ ਤੁਸੀਂ ਗੱਲ ਕਰ ਰਹੇ ਹੋ ਇੱਕ ਦੇਸ਼ ਦੇ ਵਿੱਚ ਹਰ ਨਾਗਰਿਕ ਨੂੰ ਆਪਣੀ ਗੱਲ ਰੱਖਣ ਦੀ ਪਾਵਰ ਹੈਗੀ ਹੈ ਡੈਮੋਕ੍ਰੇਸੀ ਦੇ ਅੰਦਰ ਕ੍ਰਿਕਟਰਸ ਨੇ ਜਿਹੜਾ ਉਹ ਹੈਸ਼ਟੈਗ ਚਲਾਇਆ ਜਿਹੜਾ ਪ੍ਰੋਪੇਗੈਂਡਾ ਅਗੇਂਸਟ ਇੰਡੀਆ ਜੋ ਵੀ ਚਲਾਇਆ ਹਾਂ ਇੰਡੀਆ ਅਗੇਂਸਟ ਪ੍ਰੋਪੇਗੈਂਡਾ ਹਾਂ ਇੰਡੀਆ ਅਗੇਂਸਟ ਪ੍ਰੋਪੇਗੈਂਡਾ ਜਿਹੜਾ ਤੁਸੀਂ ਕਹਿ ਰਹੇ ਹੋ ਇਹ ਉਹ ਵੀ ਸਾਡੇ ਦੇਸ਼ ਦੇ ਬਸ਼ਿੰਦੇ ਨੇ
ਤੇ ਉਹਨਾਂ ਦਾ ਵੀ ਰਾਈਟ ਹੈ, ਜਿੱਥੇ ਉਹਨਾਂ ਨੂੰ ਨਜ਼ਰ ਆਉਂਦਾ ਹੈ ਕਿ ਕਿਤੇ ਐਂਟੀ ਨੈਸ਼ਨਲ ਫੋਰਸਿਸ ਕਿਤੇ ਦੇਸ਼ ਨੂੰ ਬਦਨਾਮ ਕਰਨ ਦੀ ਕੋਸ਼ਿਸ਼ ਕਰ ਰਹੀਆਂ ਨੇ ਇੰਟਰਨੈਸ਼ਨਲ ਲੈਵਲ ਦੇ ਉੱਤੇ, ਤੇ ਉੱਥੇ ਜੇ ਉਹ ਹੈਸ਼ਟੈਗ ਚਲਾ ਰਹੇ ਨੇ ਤੇ ਉਹ ਆਪਣੀ ਜਗ੍ਹਾ ਤੇ ਠੀਕ ਨੇ, ਉਹਨਾਂ ਦਾ ਆਪਣਾ ਰਾਈਟ ਹੈ, ਉਹ ਆਪਣੀ ਗੱਲ ਰੱਖ ਸਕਦੇ। ਕਹਿਣ ਦਾ ਮਤਲਬ ਇਹ ਹੈ ਕਿ ਟਵਿੱਟਰ ਦੇ ਉੱਤੇ ਜਿਹੜੇ ਟਵੀਟ ਕੀਤਾ ਗਿਆ, ਪੈਸੇ ਲੈ ਕੇ ਕੀਤਾ ਗਿਆ, ਪ੍ਰੋਪੇਗੈਂਡਾ ਚਲਾਇਆ ਗਿਆ, ਤੁਹਾਡੇ ਕਹਿਣ ਦਾ ਮਤਲਬ ਇਹ ਹੈ ਜਿਹੜੇ ਦੂਜੇ ਚਲਾ ਰਹੇ ਨੇ, ਜਿਹੜੇ ਫਾਰਮਰਸ ਕੋਲ ਦਾ ਸਪੋਰਟ ਕਰ ਰਹੇ ਨੇ, ਉਹਨਾਂ ਬਾਰੇ ਕਹਿ ਰਹੇ ਭਾਈ ਤੁਸੀਂ ਆਪ ਹਿਸਾਬ ਲਾਓ, ਮੈਂ ਟਵਿੱਟਰ ਤੇ ਕਿਹਦੀ ਗੱਲ ਕਰਦਾ ਹੋਊਗਾ, ਮੈਂ ਤਾਂ ਇੰਟਰਨੈਸ਼ਨਲ ਦੀ ਗੱਲ ਕਰ ਰਿਹਾ, ਸਟਾਰਟਿੰਗ ਤਾਂ ਉੱਥੋਂ ਹੋਈ ਹੈ। ਜੇ ਇੰਡੀਆ ਵਾਲੇ ਲੈਂਦੇ ਨੇ ਤਾਂ ਤੁਸੀਂ ਦੱਸ ਦਿਓ। ਦੇਖੋ ਮੈਂ ਤੁਹਾਨੂੰ ਇੱਕ ਚੀਜ਼ ਕਹਿਣਾ ਚਾਹੂੰਗਾ। ਦੇਖੋ ਗੱਲ ਇਸ ਤਰ੍ਹਾਂ ਹੈ ਕਿ ਇਹ ਜਿਹੜਾ ਕਿਸਾਨ ਵੀਰ ਨੇ, ਸਾਡੇ ਬਜ਼ੁਰਗ ਨੇ, ਮਾਤਾਵਾਂ ਨੇ, ਇਹ ਕਿਸਾਨ ਸਾਡੇ ਦੇਸ਼ ਦੇ ਕਿਸਾਨ ਨੇ, ਉਹ ਸਾਡੇ ਨੇ, ਸਾਡੇ ਸਾਰਿਆਂ ਦੇ ਨੇ। ਇਹਦੇ 'ਚ ਰਾਜਨੀਤਿਕ ਮੈਂ ਇਹਦੇ ਉੱਤੇ ਕੋਈ ਟਿੱਪਣੀ ਨਹੀਂ ਕਰਨਾ ਚਾਹੁੰਦਾ, ਲੇਕਿਨ ਮੈਂ ਇੰਨੀ ਗੱਲ ਜ਼ਰੂਰ ਕਹਿਣਾ ਚਾਹੁੰਦਾ ਕਿ ਦੇਖੋ, ਜਦ ਕਿਸਾਨ ਕੋਲ ਚੱਲ ਰਿਹਾ ਤੇ ਕਿਸਾਨ ਕੋਲ ਦੇ ਵਿੱਚ ਕਿਸਾਨ ਸਾਡੇ ਵੀਰ ਉੱਥੇ ਜਾ ਕੇ ਦਿੱਲੀ ਬਾਰਡਰਾਂ ਦੇ ਉੱਤੇ ਪ੍ਰੋਟੈਸਟ ਕਰ ਰਹੇ ਨੇ, ਉਹਨਾਂ ਨੂੰ ਪੀਸਫੁਲੀ ਆਪਣੀ ਗੱਲ ਉੱਥੇ ਰੱਖਣੀ ਚਾਹੀਦੀ ਹੈ। 9 ਰਾਊਂਡ ਮੋਗਾ ਜੀ ਮੇਰੀ ਗੱਲ ਸੁਣੋ, ਮੈਂ ਤੁਹਾਡੇ ਕੋਲ ਹੀ ਆ ਰਿਹਾ, ਇੱਕ ਮਿੰਟ ਰੁਕ ਜਾਓ। ਪੀਸਫੁਲੀ ਚੱਲਦਾ ਪਿਆ ਵਾ, ਪੀਸਫੁਲੀ ਹੀ ਚੱਲ ਰਿਹਾ ਸੀ, ਪੀਸਫੁਲ ਹੀ ਚੱਲਦਾ ਪਿਆ ਸੀ, ਕਿਸੇ ਤਰ੍ਹਾਂ ਦਾ ਕੋਈ ਹੁੱਲੜਬਾਜ਼ੀ ਨਹੀਂ ਕੀਤੀ ਗਈ। ਉੱਥੇ ਬੈਠੇ ਸੀਗੇ, ਪਹਿਲਾਂ ਪੰਜਾਬ ਦੇ ਵਿੱਚ ਵੀ ਬੈਠੇ ਨੇ, ਹਰਿਆਣੇ ਦੇ, ਪੰਜਾਬ ਦੇ, ਪਤਾ ਨਹੀਂ ਕਿਹੜੇ ਕਿਹੜੇ ਕਿਸਾਨ ਉੱਥੇ ਪੀਸਫੁਲੀ ਬੈਠੇ ਹੋਏ ਨੇ। ਇਹ ਬਾਰ-ਬਾਰ ਕਿਉਂ ਇਹ ਗੱਲ ਕਹੀ ਜਾ ਰਹੀ ਪੀਸਫੁਲ ਕਰਨ ਪ੍ਰੋਟੈਸਟ? ਦੇਖੋ ਗੱਲ ਇਸ ਤਰ੍ਹਾਂ ਹੈ, 26 ਤਰੀਕ ਨੂੰ ਜਦ ਇਹਨਾਂ ਨੇ ਕਿਹਾ ਹੈ ਕਿਸਾਨਾਂ ਜਥੇਬੰਦੀਆਂ ਨੇ ਕਿ ਅਸੀਂ ਇੱਕ ਟਰੈਕਟਰ ਰੈਲੀ ਉੱਥੇ ਕੱਢਣੀ ਹੈ, ਤਾਂ ਉਦੋਂ ਦਿੱਲੀ ਪੁਲਿਸ ਨਾਲ ਇਹਨਾਂ ਦਾ ਇੱਕ ਸਮਝੌਤਾ ਹੋਇਆ ਸੀ ਕਿ ਕਿਸੇ ਕਿਸਮ ਦੀ ਵਾਇਲੈਂਸ ਜਾਂ ਕੋਈ ਹੋਰ ਆਊਟਰ ਰਿੰਗ ਰੋਡ ਵਾਲੇ ਪਾਸੇ ਨਹੀਂ ਜਾਣਾ, ਅੰਦਰ ਦਿੱਲੀ ਵੱਲ ਨਹੀਂ ਜਾਣਾ, ਉਹ ਤੁਸੀਂ ਰਿਟਨ ਉਹਦੀ ਅਸ਼ੋਰੈਂਸ ਦਿਓ ਕਿ ਇਸ ਤਰ੍ਹਾਂ ਕੋਈ ਹੁੱਲੜਬਾਜ਼ੀ ਨਹੀਂ ਹੋਊਗੀ, ਕੋਈ ਵਾਇਲੈਂਸ ਨਹੀਂ ਹੋਏਗੀ, ਵੀ ਤੁਹਾਡਾ ਕਿਸਾਨ ਟਰੈਕਟਰ ਲੈ ਕੇ ਅੰਦਰ ਨਹੀਂ ਵੜੂਗਾ। ਲੇਕਿਨ ਉਹਦੇ ਬਾਵਜੂਦ ਉਹਨਾਂ ਜਥੇਬੰਦੀਆਂ ਨੇ ਸਾਈਨ ਕੀਤੇ ਸੀ, ਉਹਦੇ ਬਾਵਜੂਦ ਕੁਝ ਉਹਦੇ ਵਿੱਚ ਐਸੇ ਐਲੀਮੈਂਟ ਸੀਗੇ ਜਿਹੜੇ ਕਿ ਉਹ ਆਪਣੇ ਯੂਥ ਨੂੰ ਮਗਰ ਲਾ ਕੇ ਤੇ ਉਹ ਦਿੱਲੀ ਦੇ ਆਊਟਰ ਰਿੰਗ ਰੋਡ ਤੋਂ ਐਂਟਰ ਕਰਦੇ ਹੋਏ ਉਹ ਆਪਣਾ ਜਾ ਕੇ ਲਾਲ ਕਿਲੇ ਤੱਕ ਪਹੁੰਚ ਗਏ। ਉਹਨਾਂ ਨੇ ਉੱਥੇ ਭਾਰਤ ਦਾ ਝੰਡਾ ਇੱਕ ਗੁੰਬਜ ਤੋਂ ਲਾ ਕੇ ਤੇ ਉੱਥੇ ਇੱਕ ਕੇਸਰੀ ਝੰਡਾ ਚੜ੍ਹਾਤਾ। ਉਹ ਕੇਸਰੀ ਝੰਡੇ ਦੇ ਨਾਲ ਬਾਅਦ ਤੁਸੀਂ ਇੱਕ ਵੀਡੀਓ ਦੇਖੀ ਹੋਣੀ, ਮੈਨੂੰ ਲੱਗਦਾ, ਜੋ ਤੁਸੀਂ ਚੈਨਲ ਦੇਖਦੇ ਹੋਵੋਗੇ, ਮੈਨੂੰ ਪਤਾ ਤੁਸੀਂ ਕਿਹੜੇ ਚੈਨਲ ਦੇਖਦੇ ਹੋਵੋਗੇ, ਪੰਜਾਬ ਵਾਲੇ ਚੈਨਲ ਘੱਟ ਦੇਖਦੇ ਹੋਵੋਗੇ, ਜੇ ਦੇਖਦੇ ਹੋ ਤਾਂ ਤੁਸੀਂ ਇੱਕ ਇਹ ਜ਼ਰੂਰ ਦੇਖਿਆ ਹੋਊਗਾ ਵੀ ਬਾਅਦ ਵਿੱਚ ਜਿਹੜਾ ਤਿਰੰਗਾ ਝੰਡਾ ਵੀ ਲਾਇਆ ਗਿਆ, ਨਾਲ ਤਿਰੰਗਾ ਝੰਡਾ ਵੀ ਲਾਇਆ ਗਿਆ ਸੀਗਾ। ਤੇ ਇੱਕ ਹੋਰ ਗੱਲ ਸੁਣੋ, ਇੱਕ ਹੋਰ ਗੱਲ ਤੁਹਾਨੂੰ ਪੁੱਛਣਾ ਚਾਹੁੰਦਾ ਕਿ ਜਦੋਂ ਜਥੇਬੰਦੀਆਂ ਦੀ ਤੁਸੀਂ ਗੱਲ ਕਰਦੇ ਹੋ ਤਾਂ ਸਾਰੇ ਜਥੇਬੰਦੀਆਂ ਦੀ ਗੱਲ ਕਰਦੇ ਪਿਓ ਤੁਸੀਂ, ਕਿਉਂਕਿ 2 ਗਰੁੱਪ ਨੇ ਪਹਿਲਾਂ ਹੀ ਕਹਿਤਾ ਸੀ ਵੀ ਅਸੀਂ ਰਿੰਗ ਰੋਡ ਦੇ ਉੱਤੇ ਕਰਨੀ ਹੈ ਟਰੈਕਟਰ ਪਰੇਡ ਜਿਹੜੀ ਹੈ। ਦੇਖੋ ਗੱਲ ਇਸ ਤਰ੍ਹਾਂ ਹੈ, ਜਦ ਤੁਸੀਂ 2 ਮਹੀਨੇ ਤੋਂ ਇੰਨਾ ਬੰਦਾ ਉੱਥੇ ਇਕੱਠਾ ਕਰ ਲਿਆ, ਤੁਸੀਂ ਉਹਨਾਂ ਦੇ ਦਿਮਾਗ ਦੇ ਵਿੱਚ ਪਾਈ ਜਾ ਰਹੇ ਹੋ ਜ਼ਹਿਰ ਕਿ ਦੇਖੋ ਜੇ ਐਂਟੀ ਹੈ, ਤੁਹਾਡੀ ਆਪਸ ਵਿੱਚ ਹੀ ਯੂਨਿਟੀ ਨਹੀਂ ਹੈ। ਤੁਸੀਂ ਉੱਥੇ ਜਾ ਕੇ ਦਿੱਲੀ ਪੁਲਿਸ ਨੂੰ ਇਹ ਕਿਸਾਨ ਜਥੇਬੰਦੀਆਂ ਰਿਟਨ 'ਚ ਦੇ ਕੇ ਆਈਆਂ ਕਿ ਅਸੀਂ ਟਰੈਕਟਰ ਪਰੇਡ ਕਰਾਂਗੇ, ਸ਼ਾਂਤੀਪੂਰਵਕ ਕਰਾਂਗੇ, ਕੋਈ ਵਾਇਲੈਂਸ ਨਹੀਂ ਹੋਏਗੀ, ਕੋਈ ਰੂਲਸ ਦੀ ਵਾਇਲੇਸ਼ਨ ਨਹੀਂ ਹੋਏਗੀ, ਜੇ ਹੋਏਗੀ ਤਾਂ ਅਸੀਂ ਜਥੇਬੰਦੀਆਂ ਦੇ 32 ਪ੍ਰਧਾਨ ਜ਼ਿੰਮੇਵਾਰ ਹੋਵਾਂਗੇ, ਉੱਥੇ ਲਿਖ ਕੇ ਦੇ ਕੇ ਆਏ ਨੇ। ਫਿਰ ਜਦ ਤੁਹਾਨੂੰ ਲੱਗਿਆ ਕਿ ਰਾਤ ਨੂੰ ਕਿਸੇ ਨੇ ਹਾਈਜੈਕ ਕਰ ਲਿਆ, ਸਟੇਜ 'ਤੇ ਉਹ ਯੂਥ ਚੜ੍ਹ ਗਿਆ, ਤੇ ਉਸ ਵੇਲੇ ਇਹ ਕਿਸਾਨ ਜਥੇਬੰਦੀਆਂ ਦੀ ਡਿਊਟੀ ਬਣਦੀ ਸੀ ਕਿ ਉਹ ਜਾ ਕੇ ਦਿੱਲੀ ਪੁਲਿਸ ਨੂੰ ਇੰਟੀਮੇਟ ਕਰਦੀਆਂ ਕਿ ਇਹ ਕਿਤੇ ਨਾ ਕਿਤੇ ਹਾਈਜੈਕ ਹੋ ਰਿਹਾ, ਇਹ ਐਲੀਮੈਂਟਸ ਕਿਤੇ ਨਾ ਕਿਤੇ ਜਾ ਕੇ ਦਿੱਲੀ ਐਂਟਰ ਕਰਨ ਦੀ ਕੋਸ਼ਿਸ਼ ਕਰ ਰਹੇ ਨੇ, ਤੇ ਇਹਦੇ 'ਤੇ ਰਾਤੋਂ ਰਾਤ ਹੀ ਉਹਨਾਂ ਦੇ ਉੱਤੇ ਅਰੈਸਟ ਪਾਈ ਜਾਂਦੀ। ਪਰ ਇੱਥੇ ਇਹੋ ਜਿਹਾ ਨਹੀਂ ਕੀਤਾ ਗਿਆ। ਇਹਦਾ ਮਤਲਬ ਨਾਲੇ ਇਹਨਾਂ ਨੂੰ ਟਾਈਮ ਜਿਹੜਾ ਪਰਮਿਟਡ ਸੀਗਾ ਕਿ ਉੱਥੇ ਜਦ ਰਿਪਬਲਿਕ ਡੇ ਦੀ ਪਰੇਡ ਹੋ ਜੂਗੀ, ਉਸ ਤੋਂ ਬਾਅਦ 12 ਵਜੇ ਤੋਂ ਲੈ ਕੇ ਸ਼ਾਮ ਨੂੰ 5 ਵਜੇ ਤੱਕ ਇਹ ਜਿਹੜਾ ਡੈਜ਼ਿਗਨੇਟਿਡ ਰੂਟ ਸੀਗਾ ਕੁੰਡਲੀ ਮਾਨੇਸਰ ਪਲਵਲ ਜਿਹੜਾ ਇਹਨਾਂ ਨੂੰ ਅਲਾਊ ਹੋਇਆ ਸੀ, ਉਸ ਰੂਟ ਤੋਂ ਹੀ ਇਹਨਾਂ ਨੂੰ ਟਰੈਕਟਰ ਰੈਲੀ ਅਲਾਊਡ ਸੀ। ਫਿਰ ਉਹਦੇ ਵਿੱਚ ਕੁਝ ਐਲੀਮੈਂਟਸ ਜਿਹੜੇ ਨੇ ਰਾਤ ਨੂੰ ਜਦ ਸਟੇਜ ਹਾਈਜੈਕ ਕਰ ਲੈਂਦੇ ਨੇ, ਉਸ ਤੋਂ ਬਾਅਦ ਜਾ ਕੇ ਸਵੇਰੇ 8 ਵਜੇ ਨਿਕਲ ਪੈਂਦੇ ਨੇ। ਜਦ ਉੱਥੇ ਰਿਪਬਲਿਕ ਡੇ ਪਰੇਡ ਅਜੇ ਸ਼ੁਰੂ ਹੋ ਕੇ ਖਤਮ ਵੀ ਨਹੀਂ ਹੋਈ ਹੁੰਦੀ, ਉਦੋਂ ਵੜ ਕੇ ਬੈਰੀਕੇਡਸ ਤੋੜ ਦਿੰਦੇ ਨੇ। ਉਸ ਤੋਂ ਬਾਅਦ ਜਾ ਕੇ ਲਾਲ ਕਿਲੇ ਤੱਕ ਪਹੁੰਚ ਜਾਂਦੇ ਨੇ, ਔਰ ਫਿਰ ਜਾ ਕੇ ਇੱਕ ਗੁੰਬਜ ਤੋਂ ਭਾਰਤ ਦਾ ਝੰਡਾ ਲਾ ਕੇ ਤੇ ਕੇਸਰੀ ਝੰਡਾ ਚੜਾ ਦਿੰਦੇ ਨੇ। ਮੈਂ ਉੱਥੇ ਤੁਹਾਨੂੰ ਮੇਰੀ ਗੱਲ ਸੁਣੋ, ਤੁਸੀਂ ਗੱਲ ਮੰਨੋ ਨਹੀਂ, ਉੱਥੇ ਪਹੁੰਚੇ ਨੇ, ਉੱਥੇ ਪਹੁੰਚੇ, ਲਾਲ ਕਿਲੇ ਤੇ ਪਹੁੰਚੇ, ਮੰਨਦੇ ਹੋ ਨਾ ਇਹ ਗੱਲ? ਪਹੁੰਚੇ ਕਿਵੇਂ? ਗੱਲ ਤਾਂ ਇਹ ਬਣਦੀ ਹੈ ਵੀ ਜਦ ਪੁਲਿਸ ਫੋਰਸ ਉੱਥੇ ਹੁੰਦੀ ਆ ਤਾਂ ਉੱਥੇ ਪਹੁੰਚੇ ਕਿੱਦਾਂ? ਇੱਕ ਪੁਆਇੰਟ ਬੋਲਿਆ ਸੀ, ਪਹਿਲਾਂ ਮੈਨੂੰ ਉਹਦਾ ਜਵਾਬ ਦੇ ਲੈਣ ਦਿਓ। ਤੁਸੀਂ ਕਿਹਾ ਸੀ ਕਿ ਉੱਥੇ ਕੇਸਰੀ ਝੰਡਾ ਪਹਿਲਾਂ ਲਾਇਆ ਗਿਆ, ਫਿਰ ਭਾਰਤ ਦਾ ਝੰਡਾ ਦੁਬਾਰਾ ਲਾਤਾ ਗਿਆ। ਤੁਹਾਨੂੰ ਮੈਂ ਇੱਕ ਚੀਜ਼ ਦੱਸਣਾ, ਲਗਾ ਦਿੱਤਾ ਗਿਆ ਨਹੀਂ, ਭਾਰਤ ਦਾ ਝੰਡਾ ਨਾਲ ਲਾਇਆ ਗਿਆ, ਲਗਾ ਦਿੱਤਾ ਗਿਆ ਨਹੀਂ, ਉੱਥੇ ਭਾਰਤ ਦਾ ਝੰਡਾ ਨਾਲ ਲਾਇਆ ਹੋਇਆ ਸੀ। ਵੀਡੀਓ ਪਈ ਹੈ, ਮੈਂ ਤੁਹਾਨੂੰ ਹੁਣੇ ਮੋਬਾਈਲ 'ਚ ਵੀ ਦਿਖਾ ਦੇਣਾ, ਜਾਂ ਤੁਸੀਂ ਜਿਹਨੂੰ ਤੁਸੀਂ ਗੋਦੀ ਮੀਡੀਆ ਕਹਿੰਦੇ ਹੋ, ਕੋਈ ਵੀ ਨੈਸ਼ਨਲ ਚੈਨਲ ਨਹੀਂ ਹੈਗਾ। ਨਹੀਂ, ਮੈਂ ਤਾਂ ਗੋਦੀ ਮੀਡੀਆ ਕਹਿੰਦਾ ਨਹੀਂ, ਮੈਨੂੰ ਕਹਿਣ ਦੀ ਲੋੜ ਹੀ ਨਹੀਂ ਹੈਗੀ। ਉਹ ਲੋਕ ਕਹਿੰਦੇ ਨੇ ਗੋਦੀ ਮੀਡੀਆ, ਲੋਕ ਨਹੀਂ ਕਹਿੰਦੇ, ਇੱਥੇ ਤੇ ਪੰਜਾਬ ਦਾ ਮੀਡੀਆ ਹੀ ਵਾਲੇ ਨਾ ਬੜੇ ਨੇ, ਉਹ ਗੋਦੀ ਮੀਡੀਆ ਕਰਦੇ ਰਹਿੰਦੇ ਨੇ। ਤੇ ਗੋਦੀ ਮੀਡੀਆ ਪਰਿਭਾਸ਼ਾ ਫਿਰ ਤੁਹਾਨੂੰ ਪਤਾ ਹੋਣੀ। ਨਹੀਂ, ਮੈਨੂੰ ਕੋਈ ਪਰਿਭਾਸ਼ਾ ਨਹੀਂ। ਸਾਡੇ ਹਿਸਾਬ ਨਾਲ ਮੀਡੀਆ ਬਿਲਕੁਲ ਨਿਊਟਰਲ ਹੋਣਾ ਚਾਹੀਦਾ ਤੇ ਹੈਗਾ ਵੀ ਹੈ, ਲੇਕਿਨ ਕਿਉਂਕਿ ਉਹ ਨੈਸ਼ਨਲ ਮੀਡੀਆ ਨੂੰ ਇਹਨਾਂ ਦੀ ਆਦਤ ਹੋ ਗਈ ਹੈ, ਪੰਜਾਬ ਦੇ ਚੈਨਲਾਂ ਨੂੰ, ਕਿ ਉਹ ਗੋਦੀ ਮੀਡੀਆ ਕਰਦੇ ਨੇ ਤੇ ਕਰੀ ਜਾਣ, ਉਹ ਐਸੀ ਗੱਲ ਨਹੀਂ ਹੁੰਦੀ। ਲਾ ਕੇ ਕੇਸਰੀ ਝੰਡਾ ਚੜਾਇਆ, ਤੇ ਚੜਾਇਆ ਕਿਉਂ? ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ ਕਿ ਇਹ ਦੇਖੋ ਨੈਸ਼ਨਲ ਪ੍ਰੈਸਟੀਜ ਦਾ ਸਵਾਲ ਹੁੰਦਾ। ਜਿਹੜਾ ਲਾਲ ਕਿਲਾ ਇੱਕ ਨੈਸ਼ਨਲ ਧਰੋਹਰ ਹੈ,
ਤੇ ਉੱਥੇ ਜਿਹੜਾ ਸਿਰਫ ਦੇਸ਼ ਦਾ ਝੰਡਾ ਲੱਗ ਸਕਦਾ, ਕਿਸੇ ਵੀ ਧਰਮ ਦਾ ਝੰਡਾ ਨਹੀਂ ਲੱਗ ਸਕਦਾ। ਧਰਮ ਦਾ ਝੰਡਾ ਹੈ ਗੁਰਦੁਆਰਾ ਸਾਹਿਬ ਤੇ ਨਿਸ਼ਾਨ ਸਾਹਿਬ, ਮੰਦਿਰ ਦੇ ਉੱਤੇ ਉਹ ਭਗਵਾ, ਤੇ ਹੋਰ ਜਿਵੇਂ ਮਸਜਿਦ ਨੇ ਉਹਨਾਂ ਦੇ ਆਪਣੇ ਜਿਹੜੇ ਝੰਡੇ ਨੇ ਉੱਥੇ ਉਸ ਰਿਲੀਜੀਅਸ ਪਲੇਸ ਤੇ ਲੱਗਣੇ ਚਾਹੀਦੇ ਨੇ, ਨਾ ਕਿ ਇੱਕ ਰੈੱਡ ਫੋਰਟ ਦੇ ਉੱਤੇ। ਰੈੱਡ ਫੋਰਟ ਤੇ ਨਹੀਂ ਲੱਗ ਸਕਦਾ। ਤੇ ਜਦ ਇਹ ਕਿਸਾਨ ਕਾਹਦੇ ਲਈ ਉੱਥੇ ਜਾ ਕੇ ਬੈਠੇ ਨੇ ਬਾਰਡਰ ਦੇ ਉੱਤੇ, ਉਹ ਆਪਣੀ ਕਿਸਾਨੀ ਸਮੱਸਿਆਵਾਂ ਨੂੰ ਲੈ ਕੇ ਬੈਠੇ ਨੇ। ਜਦ ਉਹਨਾਂ ਨੇ ਇੱਕ ਐਸ਼ੋਰੈਂਸ ਦੇ ਦਿੱਤੀ ਸੀ ਕਿ ਅਸੀਂ ਟਰੈਕਟਰ ਰੈਲੀ ਜਿਹੜੀ ਹੈ ਇਸ ਡੈਜ਼ਿਗਨੇਟਿਡ ਰੂਟ ਤੋਂ ਕੱਢਾਂਗੇ ਜਿੱਥੇ ਦਿੱਲੀ ਪੁਲਿਸ ਨੇ ਪਰਮਿਟ ਕੀਤਾ, ਇਸ ਟਾਈਮ ਤੋਂ ਕੱਢਾਂਗੇ, ਜਦੋਂ ਉਹਨਾਂ ਨੇ ਅਲਾਊ ਕੀਤਾ, ਫਿਰ ਉਹਦੇ ਵਿੱਚੋਂ ਇੱਕ ਦੋ ਗੁੱਟ ਨਿਕਲ ਕੇ ਤੇ ਕਹਿਣ ਕਿ ਅਸੀਂ ਉਹਨੂੰ ਮੰਨਦੇ ਨਹੀਂ, ਜਾਂ ਅਸੀਂ ਦਿੱਲੀ ਦੇ ਅੰਦਰ ਵੜਾਂਗੇ, ਜਾਂ ਇਹ ਕਿ ਇੰਡੀਆ ਪਾਕਿਸਤਾਨ ਦੀ ਲੜਾਈ ਲੜਨਾ ਚਾਹੁੰਦੇ ਨੇ। ਕਿਸਾਨ ਸਾਡੇ ਨੇ ਜਦ ਦਿੱਲੀ ਪੁਲਿਸ ਨੇ ਅਲਾਊ ਕਰਤਾ, ਕੋਰਟ ਨੇ ਉਹਨਾਂ ਨੂੰ ਪਰਮਿਟ ਕੀਤਾ, ਇਹ ਕਹਿੰਦੇ ਨੇ ਅਸੀਂ ਕੋਰਟ ਦੀ ਗੱਲ ਨਹੀਂ ਮੰਨਣੀ, ਅਸੀਂ ਸੁਪਰੀਮ ਕੋਰਟ ਦੀ ਗੱਲ ਨਹੀਂ ਮੰਨਣੀ, ਅਸੀਂ ਉਹ ਕਮੇਟੀ ਦੀ ਗੱਲ ਨਹੀਂ ਮੰਨਣੀ, ਅਸੀਂ ਸਰਕਾਰ ਦੀ ਗੱਲ ਨਹੀਂ ਮੰਨਣੀ। ਫਿਰ ਕਿਹਦੀ ਗੱਲ ਭਰੋਸਾ ਟੁੱਟਿਆ ਕਿਉਂ? ਗੱਲ ਤਾਂ ਇਹੀ ਬਣਦੀ ਆ ਵੀ ਲੋਕਾਂ ਦਾ ਭਰੋਸਾ ਟੁੱਟਿਆ ਕਿਉਂ, ਕਿਸੇ ਤੇ ਵਿਸ਼ਵਾਸ ਕਿਉਂ ਨਹੀਂ ਹੋ ਰਿਹਾ? ਦੇਖੋ, ਭਰੋਸਾ ਦੀ ਗੱਲ ਨਹੀਂ ਹੈ। ਜਦ 2 ਮਹੀਨੇ ਤੋਂ ਉੱਥੇ ਸਟੇਜਾਂ ਦੇ ਉੱਤੇ ਸਿਰਫ ਐਂਟੀ ਗਵਰਨਮੈਂਟ ਪ੍ਰੋਪੇਗੈਂਡਾ ਚਲਾਇਆ ਜਾ ਰਿਹਾ ਹੈ, ਸਹੀ ਚੀਜ਼ ਨੂੰ ਅੱਗੇ ਰੱਖਿਆ ਹੀ ਨਹੀਂ ਜਾ ਰਿਹਾ। ਜਦ ਨੰਬਰ ਆਫ ਰਾਊਂਡਸ ਆਫ ਮੀਟਿੰਗਸ ਹੋਈਆਂ, 9 ਰਾਊਂਡ ਆਫ ਮੀਟਿੰਗਸ ਹੋਈਆਂ ਸੈਂਟਰਲ ਮਿਨਿਸਟਰਸ ਨਾਲ ਦਿੱਲੀ ਦੇ ਵਿੱਚ, ਤੋਮਰ ਜੀ ਨਾਲ ਵੀ ਹੋਈਆਂ, ਬਾਕੀ ਪੰਜਾਬ ਦੇ ਮਿਨਿਸਟਰਸ ਨਾਲ ਵੀ ਹੋਈਆਂ, ਹੋਰ ਪੀਯੂਸ਼ ਗੋਇਲ ਜੀ ਬਾਕੀ ਵੀ ਸਾਰੇ ਬੈਠੇ ਸੀ ਉਹਨਾਂ ਨਾਲ ਵੀ ਹੋਈਆਂ, ਈਵਨ ਅਮਿਤ ਸ਼ਾਹ ਜੀ ਨਾਲ ਵੀ ਹੋਈਆਂ। ਜਦ ਤੁਸੀਂ 9 ਰਾਊਂਡਸ ਆਫ ਮੀਟਿੰਗਸ ਤੋਂ ਬਾਅਦ ਵੀ ਤੁਸੀਂ ਆਪਣੀ ਅੜੀ ਤੇ ਵੱਟੇ ਹੋ ਕਿ ਅਸੀਂ ਤਾਂ ਕਾਨੂੰਨ ਹੀ ਵਾਪਸ ਲੈਣਾ, ਹੋਰ ਕੋਈ ਗੱਲ ਹੀ ਨਹੀਂ ਕਰਨੀ, ਤੇ ਫਿਰ ਉਹ ਤਾਂ ਕੋਈ ਫਾਇਦਾ ਹੀ ਨਹੀਂ। ਕਿਉਂਕਿ ਸਰਕਾਰ ਦਾ ਜਿਹੜੀ ਆਪਣੀ ਕੇਂਦਰ ਸਰਕਾਰ ਦਾ ਕਲੀਅਰ ਸਟੈਂਡ ਹੈ ਕਿ ਇਹ ਕਾਨੂੰਨ ਕਿਸੇ ਵੀ ਹਾਲਤ 'ਚ ਵਾਪਸ ਨਹੀਂ ਲਏ ਜਾਣਗੇ, ਔਰ ਵਾਕਈ ਉਹ ਵਾਪਸ ਨਹੀਂ ਲਏ ਜਾਣਗੇ। ਸ਼ੋਧ ਕੇਂਦਰ ਸਰਕਾਰ ਕਰਨ ਨੂੰ ਤਿਆਰ ਹੈ, ਜਿਹੜੇ ਪੁਆਇੰਟਾਂ 'ਤੇ ਡਾਊਟ ਹੈ ਉਹ ਡਾਊਟ ਦੂਰ ਕਰਕੇ ਉਹਨੂੰ ਸ਼ੋਧ ਕਰਨ ਨੂੰ ਤਿਆਰ ਹੈ। ਲੇਕਿਨ ਇਹ ਜਿਹੜੀ ਡਿਮਾਂਡ ਹੈ ਕਿਸਾਨ ਵੀਰਾਂ ਦੀ ਜਾਂ ਜਥੇਬੰਦੀਆਂ ਦੀ ਕਿ ਅਸੀਂ ਤੇ ਕਾਨੂੰਨ ਵਾਪਸ ਕਰਾ ਕੇ ਛੱਡਾਂਗੇ, ਤੇ ਉਹ ਕਾਨੂੰਨ ਵਾਪਸ ਨਹੀਂ ਹੋਣਾ। ਜਿਹੜੇ ਮੈਂ ਤੁਹਾਨੂੰ ਇੱਕ ਜਨਰਲ ਗੱਲ ਵੀ ਕਰਨਾ, ਇਹ ਤੁਸੀਂ ਆਪਣੇ ਵੱਲੋਂ ਕਹਿੰਦੇ, ਮੈਂ ਮੇਰੀ ਗੱਲ ਸੁਣੋ, ਮੈਂ ਇਹ ਗੱਲ ਕਹਿਣਾ ਚਾਹੁੰਦਾ, ਇੱਕ ਪਿਓ ਹੁੰਦਾ ਨਾ, ਉਹ ਆਪਣੇ ਪੁੱਤਰ ਦੀ ਜਾਇਜ਼ ਮੰਗਾਂ ਨੂੰ ਮੰਨਦਾ ਹੁੰਦਾ, ਨਜਾਇਜ਼ ਮੰਗਾਂ ਨੂੰ ਨਹੀਂ ਮੰਨਦਾ ਹੁੰਦਾ, ਜਿਹੜੇ ਕਿ ਉਹਦੇ ਅਗੇਂਸਟ ਜਾਂਦੀਆਂ ਨੇ, ਬੱਚੇ ਦੇ ਫਿਊਚਰ ਦੇ ਅਗੇਂਸਟ ਜਾਂਦੀਆਂ ਨੇ। ਇਹ ਕਾਨੂੰਨ ਬਿਲਕੁਲ ਕਿਸਾਨਾਂ ਦੇ ਫੇਵਰ ਦੇ ਲਿਆਂਦੇ ਹੋਏ ਨੇ, ਕਿਸਾਨਾਂ ਨੂੰ ਇਹਦਾ ਫਾਇਦਾ ਹੋਏਗਾ। ਇਸ ਕਰਕੇ ਕਿਸੇ ਫਾਇਦੇ, ਮੈਨੂੰ 5 ਫਾਇਦੇ ਗਿਣਾ ਦਿਓ ਇਹਦੇ ਨਾਲ, ਕਿਹੜੇ ਫਾਇਦੇ ਹੋਣ? ਦੇਖੋ, ਫਾਇਦਾ ਇਸ ਤਰ੍ਹਾਂ ਹੈ ਕਿ ਪਹਿਲਾਂ ਪੁਰਾਣਾ ਸਿਸਟਮ ਜਿਹੜਾ MSP ਔਰ ਮੰਡੀਕਰਨ ਸਿਸਟਮ ਹੈ ਉਹ ਤੇ ਚੱਲਦਾ ਹੀ ਪਿਆ, ਉਹਦੇ ਨਾਲ ਇੱਕ ਪੈਰਲਲ ਮੰਡੀਕਰਨ ਸਿਸਟਮ ਸ਼ੁਰੂ ਕੀਤਾ ਗਿਆ, ਜਿਹਦੇ ਵਿੱਚ ਕਿਸਾਨ ਦੀ ਆਪਣੀ ਮਰਜ਼ੀ ਹੈ ਕਿ ਪੁਰਾਣਾ ਜਿਵੇਂ ਮੰਡੀਕਰਨ ਸਿਸਟਮ ਚੱਲਦਾ ਆਪਣੀ ਪੁਰਾਣੀ ਉਸ ਮੰਡੀ ਦੇ ਵਿੱਚ ਵੇਚੇ, ਜਾਂ ਫਿਰ ਇੱਕ ਨਵੀਂ ਮੰਡੀ ਪ੍ਰਾਈਵੇਟ ਮੰਡੀ 'ਚ ਵੇਚੇ, ਜਿਹੜੀ ਕਿ ਕਿਸੇ ਹੋਰ ਜ਼ਿਲ੍ਹੇ 'ਚ ਵੀ ਹੋ ਸਕਦੀ। ਪਹਿਲਾਂ ਕੀ ਸੀ, ਉਹ ਲਿਆਉਣ ਦਾ ਮਕਸਦ ਕੀ ਸੀ? ਕਿਹੜੇ ਅਜਿਹੇ ਕਿਸਾਨ ਸੀ ਜਿਨ੍ਹਾਂ ਨੇ ਕਹਿਤਾ ਵੀ ਸਾਨੂੰ ਪ੍ਰਾਈਵੇਟ ਮੰਡੀਆਂ ਚਾਹੀਦੀਆਂ ਨੇ? ਜਾਂ ਤੇ ਮੇਰੀ ਗੱਲ ਪੂਰੀ ਹੋ ਲੈਣ ਦਿਓ। ਜਦ ਪੁਰਾਣਾ ਮੰਡੀਕਰਨ ਸਿਸਟਮ ਵੀ ਚੱਲ ਰਿਹਾ, ਮੰਡੀ ਵੀ ਚੱਲ ਰਹੀ ਹੈ, ਈਵਨ ਪ੍ਰਧਾਨ ਮੰਤਰੀ ਨੇ ਬਾਰ-ਬਾਰ ਲਾਈਵ ਹੋ ਕੇ ਵੀ ਕਿਹਾ ਹੈ, ਚੈਨਲਾਂ ਤੇ ਵੀ ਕਿਹਾ ਹੈ ਕਿ MSP ਸਿਸਟਮ ਚੱਲਦਾ ਰਹੇਗਾ, ਮੰਡੀਕਰਨ ਸਿਸਟਮ ਚੱਲਦਾ ਰਹੇਗਾ। ਉਹਦੇ ਨਾਲ ਇੱਕ ਐਡੀਸ਼ਨਲ ਪ੍ਰਾਵਧਾਨ ਕੀਤਾ ਗਿਆ ਤਾਂ ਕਿ ਜਿਹੜੇ ਆੜ੍ਹਤੀਏ ਸ਼ੋਸ਼ਣ ਕਰਦੇ ਸੀ ਕਿਸਾਨਾਂ ਵੀਰਾਂ ਦਾ, ਉਹ ਸ਼ੋਸ਼ਣ ਨੂੰ ਚੈੱਕ ਕਰਨ ਲਈ ਇੱਕ ਗ੍ਰੇਟਰ ਕੰਪੀਟੀਸ਼ਨ ਪ੍ਰਮੋਟ ਕੀਤਾ ਗਿਆ ਤਾਂ ਕਿ ਉਹ ਆੜ੍ਹਤੀਆ ਸ਼ੋਸ਼ਣ ਨਾ ਕਰੇ। ਪੁਰਾਣੇ ਟਾਈਮ ਦੀ ਮੈਂ ਤੁਹਾਨੂੰ ਗੱਲ ਕਰੂੰਗਾ, 70 ਸਾਲਾਂ ਤੋਂ ਕੀ ਹੁੰਦਾ, ਮੰਡੀ ਸਿਸਟਮ ਪੁਰਾਣਾ ਚੱਲਦਾ ਪਿਆ। ਜਿਹੜਾ ਮੰਡੀ ਐਕਟ ਹੈ, ਜਿਹੜਾ ਮੰਡੀਆਂ ਨੇ ਉਹ ਸਟੇਟ ਐਕਟ ਨਾਲ ਬਣੀਆਂ ਨੇ, ਉਹ ਸੈਂਟਰ ਕੋ ਕੋਈ ਪਾਵਰ ਨਹੀਂ, ਕੋਈ ਮੰਡੀ ਐਕਟ ਖਤਮ ਕਰ। ਪੁਰਾਣਾ ਸਿਸਟਮ ਚੱਲ ਰਿਹਾ, ਨਵਾਂ ਕ੍ਰੀਏਟ ਕੀਤਾ ਜਾ ਰਿਹਾ। ਪੁਰਾਣੇ ਸਿਸਟਮ 'ਚ ਕੀ ਸੀ, ਇੱਕ ਕਿਸਾਨ ਹੈ ਆਪਣੀ ਫਸਲ ਨੂੰ ਜਾ ਕੇ ਉਹ ਮੰਡੀ 'ਚ ਰੱਖ ਆਉਂਦਾ, ਉੱਥੇ ਆੜ੍ਹਤੀਆ ਕਹਿੰਦਾ ਤੂੰ ਮੇਰੇ ਕੋਲ 1 ਮਹੀਨੇ ਬਾਅਦ ਆਈ, ਇਹਦਾ ਰੇਟ ਮੈਂ ਉਦੋਂ ਤੈਅ ਕਰੂੰ ਕਿੰਨਾ। ਜਦ ਉਹ ਕਿਸਾਨ ਇੱਕ ਵਾਰੀ ਬਾਅਦ ਜਾਂਦਾ, ਉਹ ਕਹਿੰਦਾ ਭਾਈ ਇਹ ਤੇ ਨਰਮਾ ਹੈ ਤੇ ਜ਼ਿਆਦਾ ਇਹ ਫਲਾਣਾ ਹੈ, ਤੇ ਮੈਂ ਤੇ ਤੈਨੂੰ ਇਹ ਰੇਟ ਦੇਣਾ, ਤੂੰ ਲੈਣਾ ਲੈ, ਨਹੀਂ ਤਾਂ ਲੈ ਕੇ ਵਾਪਸ। ਕਿਸਾਨ ਕਹਿੰਦਾ ਮੇਰੀ ਟਰਾਂਸਪੋਰਟੇਸ਼ਨ ਕਾਸਟ ਪਹਿਲਾਂ ਪੈ ਗਈ, ਹੁਣ ਮੈਂ ਵਾਪਸ ਲੈ ਕੇ ਜਾਵਾਂਗਾ, ਮੈਨੂੰ ਨੁਕਸਾਨ ਹੋਊਗਾ, ਜੋ ਰੇਟ ਦਿੰਦਾ ਦੇ। ਸ਼ੋਸ਼ਣ ਤੇ ਕਰ ਰਿਹਾ ਆੜ੍ਹਤੀਆ, ਉਸ ਸ਼ੋਸ਼ਣ ਨੂੰ ਰੋਕਣ ਲਈ ਇੱਕ ਐਡੀਸ਼ਨਲ ਪ੍ਰਾਵਧਾਨ ਕ੍ਰੀਏਟ ਕੀਤਾ ਗਿਆ ਕਿ ਚਲੋ ਮੰਡੀ ਸਿਸਟਮ ਵੀ ਚੱਲਦਾ ਰਹੇ, MSP ਵੀ ਮਿਲੂਗੀ, ਨਾਲ ਹੀ ਨਾਲ ਇੱਕ ਪੈਰਲਲ ਸਿਸਟਮ ਕ੍ਰੀਏਟ ਕੀਤਾ ਗਿਆ ਕਿ ਜਿੱਥੇ ਜ਼ਿਆਦਾ MSP ਤੋਂ ਉੱਪਰ ਕਿਤੇ ਪ੍ਰਾਈਸ ਮਿਲਦਾ ਹੈ ਤੇ ਜਾਂ ਇਸ ਮੰਡੀ ਤੋਂ ਵੱਧ ਮਿਲਦਾ ਤੇ ਉੱਥੇ ਕਿਸਾਨ ਜਾ ਕੇ ਵੇਚ। ਘੱਟ ਲਈ ਕੀ ਕੀਤਾ ਗਿਆ? ਮੇਨ ਤਾਂ ਵੀ ਜੇ MSP ਤੋਂ ਘੱਟ ਵਾਲਾ ਹੋਵੇ, ਮਿਨੀਮਮ ਸਪੋਰਟ ਪ੍ਰਾਈਸ ਦੀ ਗੱਲ ਸੁਣੋ ਮੇਰੀ ਗੱਲ, ਜੇ ਘੱਟ ਮਿਲਦਾ ਹੋਊਗਾ ਫਿਰ ਕੀ ਕੀਤਾ ਜਾਊਗਾ? ਵੀ ਮੈਂ ਤੁਹਾਨੂੰ ਇਹਦੇ ਤੇ ਇਹਨਾਂ ਨਾਲ ਤੁਸੀਂ ਪੱਖ ਦੇ ਵਿੱਚ ਪੂਰੇ ਹੋ ਵੀ ਮਤਲਬ ਇਹ ਕਾਨੂੰਨ ਬਿਲਕੁਲ ਸਹੀ ਨੇ? ਗੱਲ ਸੁਣੋ, ਬਿਲਕੁਲ ਸਹੀ ਨੇ। ਮੈਂ ਤੁਹਾਨੂੰ ਇੱਕ ਇਹਦੇ 'ਚ ਫਿਰ ਮੈਨੂੰ ਸਾਰਾ ਕੁਝ ਛੱਡੋ, ਪਹਿਲਾਂ ਮੈਨੂੰ 3 ਨਾਮ ਦੱਸੋ। ਪਹਿਲਾਂ ਮੈਨੂੰ 3 ਨਾਮ ਚਾਹੀਦੇ ਨੇ, ਬਾਕੀ ਗੱਲਾਂ ਬਾਅਦ 'ਚ ਕਰਾਂਗੇ। ਪਹਿਲਾਂ ਮੈਨੂੰ ਪੁਆਇੰਟ ਕੰਪਲੀਟ ਕਰ ਲੈਂਦੇ ਕਰੋ। ਉਹਦਾ ਕਾਰਨ ਹੈ ਕਿ ਡਿਸਟਰੈਕਟ ਹੋ ਜਾਂਦੀ ਚੀਜ਼। ਮੈਂ ਕਹਿ ਰਿਹਾ ਕਿ ਜਿਹੜੀ MSP ਉਹ ਨਹੀਂ ਦਿੰਦਾ ਸੀ, ਆੜ੍ਹਤੀਆ ਸ਼ੋਸ਼ਣ ਕਰਦਾ ਸੀ, ਅੱਜ ਪ੍ਰਧਾਨ ਮੰਤਰੀ ਜਾਂ ਕੇਂਦਰ ਸਰਕਾਰ ਨੇ ਨਵਾਂ ਕਾਨੂੰਨ ਲਿਆਂਦਾ ਕਿ ਉਹ ਆੜ੍ਹਤੀਆ ਜਿਹੜਾ ਸ਼ੋਸ਼ਣ ਕਰੂਗਾ, ਜਿਹੜਾ MSP ਤੋਂ ਥੱਲੇ ਕਿਸਾਨ ਕੋਲੋਂ ਖਰੀਦੂਗਾ, ਉਹਨੂੰ ਚੱਕ ਕੇ ਜੇਲ੍ਹ ਦੇ ਅੰਦਰ ਕਰਾਂਗੇ। ਤੇ ਜੇ ਜੇਲ੍ਹ ਦੇ ਅੰਦਰ ਕਰਾਂਗੇ ਤੇ ਆੜ੍ਹਤੀਆ ਨੂੰ ਡਰ ਪਏਗਾ, ਉਹ ਆੜ੍ਹਤੀਆ ਹੀ ਨਹੀਂ ਤੇ ਜਿਹੜਾ ਸਾਰਾ ਅੰਦੋਲਨ ਸਪਾਂਸਰ ਕੀਤਾ ਹੋਇਆ ਕਿ ਇਹ ਚੀਜ਼ ਨਾ ਹੋਵੇ, ਪੈਰਲਲ ਮੰਡੀ ਨਾ ਚੱਲੇ, ਤਾਂ ਕਿ ਅਸੀਂ ਸ਼ੋਸ਼ਣ ਜਿਹੜਾ ਕਿਸਾਨਾਂ ਦਾ ਕਰਦੇ ਰਹੀਏ। ਪ੍ਰੂਫ ਹੈਗਾ ਕੋਈ ਇਹਨਾਂ ਸਪਾਂਸਰ ਕੀਤਾ ਆ? ਬਿਲਕੁਲ ਹੈਗਾ, ਤਾਂ ਹੈ ਹੀ। ਰਿਟਨ ਦੇ ਵਿੱਚ ਰਿਟਨ 'ਚ ਕੀ ਕਰਨਾ ਹੈ? ਆੜ੍ਹਤੀਆ ਇੱਥੇ ਬੈਠੇ ਨੇ, ਉਹਨਾਂ ਨੇ ਚੱਕ ਕੇ ਕਿਸਾਨਾਂ ਨੂੰ ਭੜਕਾ ਕੇ ਉੱਥੇ ਭੇਜਿਆ ਹੋਇਆ। ਉਹ ਕਿਸਾਨ ਜਾਣ ਕੇ ਭੜਕਾ ਕੇ ਉੱਥੇ ਪਹੁੰਚੇ ਨੇ। ਚਲੋ ਮੈਨੂੰ ਉਹ ਗੱਲ ਬਾਅਦ 'ਚ ਆਪਾਂ ਟੌਪਿਕ ਚੱਲਾਂਗੇ। ਪਹਿਲਾਂ ਮੌਂਗਾ ਜੀ ਮੇਰੀ ਗੱਲ ਸੁਣੋ, ਮੌਂਗਾ ਜੀ ਮੇਰੀ ਗੱਲ ਤਾਂ ਸੁਣ ਲਓ, ਇਹ ਗੱਲ ਬਾਅਦ 'ਚ ਕਰਦੇ ਚਲੋ, ਇਹ ਵੀ ਮੈਂ ਕੰਟੀਨਿਊ ਕਰੂੰਗਾ। ਪਹਿਲਾਂ ਮੈਨੂੰ 3 ਨਾਮ ਦਿਖਾਓ, ਕਿਹੜੇ 3 ਨਾਮ ਨੇ ਜਿਹੜੇ ਐਗਰੀਕਲਚਰ ਐਕਟਸ ਨੇ, ਉਹਨਾਂ ਦੇ ਨਾਮ ਮੈਨੂੰ ਦੱਸੋ ਪਹਿਲਾਂ। ਇੱਕ ਹੈਗਾ ਅਸੈਂਸ਼ੀਅਲ, ਕਿਉਂਕਿ
ਇਹ ਮੈਂ ਨਾਲ ਦੀ ਨਾਲ ਮੈਂ ਵੀ ਬੋਲੂੰਗਾ, ਨਾਲ ਦੀ ਨਾਲ ਤੁਸੀਂ ਬੋਲ ਲਓ, ਕਿਉਂਕਿ ਮੈਂ ਵੀ ਬੋਲੂੰਗਾ। ਜੇ ਤੁਹਾਡਾ ਨਾਲ ਨਾ ਮੈਚ ਹੋਇਆ ਫਿਰ ਬਾਅਦ ਵਿੱਚ ਤੁਸੀਂ ਨਹੀਂ ਮੈਚ ਕਿਉਂ ਨਾ ਹੋਏਗਾ, ਲੰਬਾ ਹੁੰਦਾ। ਮੈਂ ਤੁਹਾਨੂੰ ਅਸੈਂਸ਼ੀਅਲ, ਉਹ ਸ਼ਾਰਟਸ ਦੇ ਵਿੱਚ ਵੀ ਜ਼ਰੂਰੀ ਨਹੀਂ ਸਾਰੇ ਲੰਬੀ ਲੰਬੀ ਨੇ। ਮੇਰੀ ਗੱਲ ਸੁਣ ਲਓ, ਅਸੈਂਸ਼ੀਅਲ ਫੂਡ ਕਮੋਡਿਟੀਜ਼ ਐਕਟ ਅਮੈਂਡਮੈਂਟ, ਉਸ ਤੋਂ ਇਲਾਵਾ ਐਸੈਂਸ਼ੀਅਲ ਕਮੋਡਿਟੀਜ਼ ਐਕਟ 2020 ਇਹ ਆ। ਮੇਰੀ ਗੱਲ ਸੁਣੋ, ਮੈਂ ਤੁਹਾਨੂੰ ਇੱਥੇ ਰੱਖ ਲਓ ਬਾਅਦ ਨਹੀਂ ਮੈਂ ਇੱਕ ਮਿੰਟ ਟੈਲੀ ਕਰਾਣਾ, ਮੈਂ ਤੁਹਾਨੂੰ ਦਿਖਾ ਦੇਣਾ। ਮੈਂ ਮੇਰੇ ਕੋਲ ਵੀ ਹੈ, ਇਹ ਦੇਖੋ। ਇਹਨੂੰ ਛੱਡ ਦਿਓ, ਨਹੀਂ ਇਹ ਤਾਂ ਤੁਸੀਂ ਪੜ੍ਹੀ ਜਾਂਦੇ ਹੋ। ਦੇਖੋ ਨਾ, ਮੈਂ ਦੱਸਦਾ ਨਾ, ਕਮੋਡਿਟੀਜ਼ ਐਕਟ ਅਮੈਂਡਮੈਂਟ, ਫਾਰਮਰਸ ਇਹ ਤਾਂ ਤੁਸੀਂ ਏਦਾਂ ਦੱਸਦੇ ਪਏ ਹੋ, ਇਹ ਕੀ ਹੋਇਆ? ਇਹ ਤਾਂ ਤੁਸੀਂ ਦੇਖ ਦੱਸੀ ਜਾਂਦੇ ਹੋ। ਫਾਰਮਰਸ ਇੰਪਾਵਰਮੈਂਟ ਐਂਡ ਪ੍ਰੋਟੈਕਸ਼ਨ ਐਗਰੀਮੈਂਟ ਆਫ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਿਸ ਬਿੱਲ। ਦੇਖੋ ਗੱਲ ਇਸ ਤਰ੍ਹਾਂ ਹੈ, ਪੁਆਇੰਟ ਸਾਰੇ ਪਤਾ ਨੇ, ਇਹਦੇ ਵਿੱਚ ਨਾਮ ਲੰਬੇ ਨੇ, ਤੁਸੀਂ ਵੀ ਦੇਖ ਸਕਦੇ ਹੋ। ਪੂਰਾ ਨਾਮ ਪੂਰਾ ਚੇਤਾ ਨਹੀਂ ਰਹਿੰਦਾ, ਲੇਕਿਨ ਤਾਂ ਵੀ ਤੁਹਾਨੂੰ ਮੈਂ ਦੱਸਤਾ ਕਿ ਦ ਐਸੈਂਸ਼ੀਅਲ ਕਮੋਡਿਟੀਜ਼ ਐਕਟ। ਜੀ ਤੁਸੀਂ ਗੱਲ ਸੁਣੋ, ਮੇਰੇ ਨਾਲ ਤੁਸੀਂ ਸੱਚ ਦੱਸਦਾ, ਤੁਹਾਨੂੰ ਮੇਰਾ ਹੁਣ ਹਾਸਾ ਨਿਕਲਦਾ ਪਿਆ ਗੱਲ ਦੇ ਉੱਤੇ। ਮੈਂ ਤੁਹਾਨੂੰ ਨਾਮ ਪਰ ਤੁਸੀਂ ਰੀਡ ਕਰੀ ਜਾਂਦੇ ਹੋ ਦੇਖ ਕੇ। ਫਾਰਮਰਸ ਪ੍ਰੋਡਿਊਸ ਟ੍ਰੇਡ ਐਂਡ ਕਾਮਰਸ ਐਕਟ 2020, ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਫਾਰਮ ਸਰਵਿਸਿਜ਼ ਐਕਟ 2020, ਐਸੈਂਸ਼ੀਅਲ ਕਮੋਡਿਟੀਜ਼ ਐਕਟ 2020 ਅਮੈਂਡਮੈਂਟ। ਇਹ ਤਿੰਨ ਬਿੱਲ ਹੈਗੇ। ਤੁਸੀਂ ਮੈਂ ਤਾਂ ਬਿਨਾਂ ਦੇਖ ਕੇ ਦੱਸ, ਤੁਸੀਂ ਤੁਹਾਡੇ ਕੋਲ ਦੱਸ ਨਹੀਂ ਹੋਏ। ਦਿੱਤਾ ਕਿ ਦ ਐਸੈਂਸ਼ੀਅਲ ਕਮੋਡਿਟੀਜ਼ ਐਕਟ ਅਮੈਂਡਮੈਂਟ ਪਹਿਲਾਂ ਦੱਸਿਆ, ਦੇਖ ਕੇ ਦੱਸ ਰਹੇ ਹੋ ਤੁਸੀਂ। ਚਲੋ ਬਾਕੀ ਦੇ ਦੋ ਤਾਂ ਤੁਸੀਂ ਦੇਖ ਕੇ ਦੱਸਿਆ ਨਾ। ਤੁਹਾਨੂੰ ਨਜ਼ਰ ਆ ਰਿਹਾ ਨਾ ਲੰਬੇ, ਪਤਾ ਤੇ ਹੈ ਨਾ ਸਾਨੂੰ ਕਿ 3 ਕਾਨੂੰਨ ਨੇ। ਇਹ ਪਿਆ ਨਾ ਮੋਬਾਈਲ 'ਚ, ਕਿਤੇ ਹੋਰ ਤਾਂ ਨਹੀਂ ਹੈਗਾ, ਬਾਹਰ ਤਾਂ ਨਹੀਂ ਹੈਗਾ, ਦੱਸਤਾ ਨਾ, ਬਸ ਹੋ ਗਿਆ। ਮੈਂ ਤਾਂ ਉਹੀ ਕਹਿੰਦਾ ਵੀ ਤੁਸੀਂ ਦੇਖ ਕੇ ਦੱਸੇ ਤੁਸੀਂ। ਨਾ ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ ਨਾ। ਜੇ ਤੁਸੀਂ ਫੋਲੋ, ਜੇ ਤੁਸੀਂ ਇਸ ਦਾ ਸਮਰਥਨ ਕਰਦੇ ਹੋ, ਤੁਹਾਨੂੰ ਨੌਲੇਜ ਹੋਣੀ ਚਾਹੀਦੀ ਹੈ। ਬਿਲਕੁਲ ਨੌਲੇਜ ਹੈਗੀ। ਨੌਲੇਜ ਹੈ। ਫੰਕਸ਼ਨ ਦੱਸ ਦਿਓ ਫਿਰ ਹੁਣ ਮੈਨੂੰ ਇਹਦੇ। ਫੰਕਸ਼ਨ ਦੇ ਕਿਹਦੇ? ਇਹ ਜਿਹੜੇ ਇਹਦੇ ਫੰਕਸ਼ਨਸ ਨੇ ਉਹ ਦੱਸ ਦਿਓ ਮੈਨੂੰ। ਫੰਕਸ਼ਨਸ ਕੀ ਨੇ? ਕਿਹੜੇ ਫੰਕਸ਼ਨਸ? ਇਹਦੇ ਅਮੈਂਡਮੈਂਟ ਐਕਟਸ ਦੇ ਫੰਕਸ਼ਨਸ ਦੱਸ ਦਿਓ। ਦੇਖੋ ਮੈਂ ਤੁਹਾਨੂੰ ਦੱਸਣਾ, ਜਿਹੜੇ ਅਸੈਂਸ਼ੀਅਲ ਫੂਡ ਕਮੋਡਿਟੀਜ਼ ਐਕਟ ਦੇ ਵਿੱਚ ਜਿਹੜੇ ਇਹਦੇ ਅੰਤਰਗਤ ਜਿਹੜੀ ਅਸੈਂਸ਼ੀਅਲ ਕਮੋਡਿਟੀਜ਼ ਨੇ, ਉਹਨੂੰ ਜਦ ਕੋਈ ਫਲੱਡ ਨਹੀਂ ਹੋਏਗਾ ਜਾਂ ਕੋਈ ਡਰਾਟ ਨਹੀਂ ਹੋਏਗਾ, ਕੋਈ ਨੈਚੁਰਲ ਕਲੈਮਿਟੀ ਨਹੀਂ ਹੋਏਗੀ, ਉਸ ਕੇਸ ਦੇ ਵਿੱਚ ਕੁਝ ਆਈਟਮਸ ਉਹਦੇ ਚੋਂ ਬਾਹਰ ਕੱਢਿਆ ਗਿਆ ਤਾਂ ਕਿ ਜਿਹੜਾ ਹੈ ਕਿਸਾਨ ਵੱਧ ਉਹਦਾ ਪ੍ਰਾਈਸ ਅਚੀਵ ਕਰ ਪਾਵੇ। ਜਿਸ ਵੇਲੇ ਸਿਚੁਏਸ਼ਨ ਆ ਜਾਊਗੀ ਫਿਰ ਉਹਦਾ ਪਾਰਟ ਬਣ ਜਾਊਗਾ ਇਹ। ਉਸ ਤੋਂ ਇਲਾਵਾ ਜਿਹੜੀ ਆਪਾਂ ਟ੍ਰੇਡ ਐਂਡ ਪ੍ਰੋਮੋਸ਼ਨ ਦੀ ਗੱਲ ਕਰਦੇ ਹਾਂ, ਉਹ ਪੂਰੀ ਪ੍ਰੋਡਕਸ਼ਨ ਦੀ ਗੱਲ ਕਰਦੇ, ਕਿਸਾਨ ਕਿਸ ਤਰ੍ਹਾਂ ਬੈਟਰ ਤਰੀਕੇ ਨਾਲ ਪ੍ਰੋਡਿਊਸ ਕਰੇ, ਉਹਦੀ ਬੈਟਰ ਮਾਰਕੀਟਿੰਗ ਕਿਸ ਤਰ੍ਹਾਂ ਹੋਏ, ਉਹ ਬਾਹਰ ਕਿਸ ਤਰ੍ਹਾਂ ਉਸ ਚੀਜ਼ ਨੂੰ ਤਰੀਕੇ ਨਾਲ ਅੱਛੇ ਰੇਟ ਤੇ ਵੇਚ ਸਕੇ, ਉਹਦੇ ਬਾਰੇ ਐਕਟ ਹੈ। ਫਾਰਮਰਸ ਜਿਹੜਾ ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਸਰਵਿਸਿਜ਼ ਦਾ ਜਿਹੜਾ ਉਸ ਦੇ ਬਾਰੇ ਮੈਨੂੰ ਦੱਸ ਦਿਓ ਵੀ ਉਹ ਚੀਜ਼ ਕੀ ਆ, ਜਿਹਦੇ ਬਾਰੇ ਰੌਲਾ ਚੱਲਦਾ ਪਿਆ। ਕਿਹਦਾ? ਫਾਰਮਰਸ ਐਗਰੀਮੈਂਟ ਔਨ ਪ੍ਰਾਈਸ ਐਸ਼ੋਰੈਂਸ ਐਂਡ ਸਰਵਿਸਿਜ਼, ਫਾਰਮ ਸਰਵਿਸਿਜ਼ ਜਿਹੜਾ। ਦੇਖੋ ਗੱਲ ਤੁਹਾਨੂੰ ਮੈਂ ਬਾਰ-ਬਾਰ ਬੋਲੀ ਜਾ ਰਿਹਾ ਕਿ ਤੁਹਾਨੂੰ ਮੈਂ ਚੀਜ਼ ਦੱਸਤੀ ਕਿ ਬੇਸਿਕਲੀ 3 ਚੀਜ਼ਾਂ ਹੈਗੀਆਂ। ਇੱਕ ਤੇ ਅਸੈਂਸ਼ੀਅਲ ਫੂਡ ਕਮੋਡਿਟੀਜ਼ ਐਕਟ ਹੋ ਗਿਆ। ਦੂਸਰਾ ਜਿਹੜਾ ਕਿ ਇੱਕ ਪੁਰਾਣੇ ਕਾਨੂੰਨ ਦੇ ਵਿੱਚ ਕੀ ਸੀਗਾ, ਪਹਿਲਾਂ ਨਾ ਮੈਨੂੰ ਗੱਲ ਕੰਪਲੀਟ ਕਰ ਲੈਂਦੇ ਰਹੋ, ਇਕੱਠੇ ਹੋਣਾ। ਤੁਸੀਂ ਮੇਰੇ ਕੋਲ ਕਿੰਨਾ ਟਾਈਮ ਲਾਉਣਾ ਮੈਨੂੰ ਦੱਸ ਦਿਓ, ਮੈਂ ਉਸ ਟਾਈਮ ਬਾਅਦ ਹੀ ਬੋਲੂੰਗਾ। ਮੌਂਗਾ ਜੀ ਮੈਂ ਤੁਹਾਨੂੰ ਦੱਸ ਰਿਹਾ, ਇੱਕ ਲੈਂਡ ਪੁਰਾਣੇ ਟਾਈਮ ਤੇ ਕੀ ਹੁੰਦਾ ਸੀ ਕਿ ਲੈਂਡ ਅਗਲਾ ਅੱਗੇ ਵਾਢੀ ਤੇ ਦੇ ਦਿੰਦਾ ਸੀਗਾ, ਤੇ ਜਦ ਜਿੰਨਾ ਕੁਝ 5 ਏਕੜ ਤੱਕ ਲੈਂਡ ਹੁੰਦੀ ਹੈ, ਸਮਾਲ ਹੋਲਡਿੰਗ ਜਿਹਨੂੰ ਕਹਿੰਦੇ ਨੇ, ਕੁਝ ਹੋਰ ਕੰਮ ਕਰਦੇ ਹੁੰਦੇ ਨੇ, ਉਹ ਅੱਗੇ ਦੇ ਦਿੰਦੇ ਨੇ ਵਾਢੀ ਤੇ। ਉਹਦਾ ਕੋਈ ਐਗਰੀਮੈਂਟ ਨਹੀਂ ਹੁੰਦਾ ਸੀ, ਤੇ ਜਿਹੜਾ ਵਾਢੀ ਤੇ ਲੈਂਦਾ ਸੀ ਉਹ ਜਗ੍ਹਾ ਉਹਨੂੰ ਦਬ ਲੈਂਦਾ ਸੀ। ਹੁਣ ਇੱਕ ਐਗਰੀਮੈਂਟ ਸਿਸਟਮ ਕ੍ਰੀਏਟ ਕੀਤਾ ਗਿਆ ਗਵਰਨਮੈਂਟ ਦੁਆਰਾ ਕਿ ਇੱਕ ਰਿਟਨ ਐਗਰੀਮੈਂਟ ਹੋ, ਲੇਕਿਨ ਉਹ ਐਗਰੀਮੈਂਟ ਲੈਂਡ ਦੀ ਜਿਹੜੇ ਉਹ ਐਸੈਟ ਹੈ, ਉਹ ਫਾਰਮਰਸ ਦੀ ਓਨਰਸ਼ਿਪ ਨੂੰ ਲੈ ਕੇ ਨਹੀਂ ਹੈਗਾ, ਉਹਦੇ ਉੱਤੇ ਜੋ ਉਗ ਰਿਹਾ ਫਸਲ ਉਗ ਰਹੀ, ਕਿੰਨਾ ਹਿੱਸਾ ਫਾਰਮਰ ਨੂੰ ਮਿਲੇਗਾ, ਕਿੰਨਾ ਆੜ੍ਹਤੀ ਨੂੰ ਮਿਲੇਗਾ, ਉਹਨੂੰ ਲੈ ਕੇ ਹੈਗਾ। ਤੇ ਚਲੋ ਮੰਨ ਲਓ ਕਿਸਾਨ ਮਾਂ, ਮੈਂ ਕਿਸਾਨਾਂ ਨੂੰ ਜਿਹੜੀ ਪ੍ਰੋਬਲਮ ਉਹ ਇਹ ਹੈ, ਤੁਸੀਂ ਕਹਿੰਦੇ ਹੋ ਵੀ ਕਿਸੇ ਜ਼ਮੀਨ ਨਹੀਂ ਖੋਈ ਜਾਊਗੀ ਜਾਂ ਕੁਝ ਵੀ ਕੀਤਾ ਕੁਝ ਵੀ ਨਹੀਂ, ਹਾਂ ਇਹ ਗੱਲ ਕੀਤੀ ਜਾ ਰਹੀ ਹੈ। ਚਲੋ ਨਹੀਂ ਹੁੰਦਾ। ਹੁਣ ਮੈਂ ਕੰਟੈਕਟ ਕਰ ਲਿਆ ਕਿਸੇ ਦੇ ਨਾਲ, ਹਾਂਜੀ ਮੈਂ ਤੁਹਾਡੀ ਆਹ ਫਸਲ ਚੱਕੂੰਗਾ, ਤੁਸੀਂ ਉਸ ਨਾਲ ਕੰਟੈਕਟ ਕਰ ਲਿਆ, ਉਗਾ ਕੇ ਉਸ ਨੂੰ ਫਸਲ ਦੇਤੀ, ਤੁਹਾਨੂੰ ਵਧੀਆ ਮੁਨਾਫਾ ਵੀ ਮਿਲ ਗਿਆ ਤੁਹਾਨੂੰ। ਦੂਜੀ ਵਾਰ ਫਿਰ ਐਗਰੀਮੈਂਟ ਹੋਇਆ, ਦੂਜੀ ਵਾਰੀ ਤੁਹਾਡੀ ਫਸਲ ਵਧੀਆ ਨਹੀਂ ਹੋਈ ਹੈਗੀ, ਠੀਕ ਆ, ਦੂਜੀ ਵਾਰ ਤੁਹਾਡੀ ਫਸਲ ਨਹੀਂ ਵਧੀਆ ਹੋਈ ਤਾਂ ਤੁਸੀਂ ਕੀ ਕਰੋਗੇ ਵੀ ਆਹ ਲਓ ਜੀ ਮੇਰੇ ਕੋਲ ਫਸਲ ਲੈ ਲਓ। ਜੇ ਉਸਨੇ ਮਨਾ ਕਰ ਦਿੱਤਾ, ਅਗਲੇ ਦਾ ਲੋਸ ਤਾਂ ਹੋਇਆ। ਇੰਨੀ ਮਿਹਨਤ ਕੀਤੀ, ਇੰਨੇ ਸੀਜ਼ਨ ਦੀ ਮਿਹਨਤ ਕੀਤੀ, ਉਹ ਵੇਸਟ ਜਾਂਦੀ ਆ। ਕਿਸਾਨਾਂ ਨੂੰ ਇਹ ਪ੍ਰੋਬਲਮ ਸਮਝ ਨਹੀਂ ਆ ਰਹੀ, ਇਹੀ ਤਾਂ ਪ੍ਰੋਬਲਮ ਉਹਨੂੰ ਲੱਗਦੀ ਪਈ ਆ ਵੀ ਇਸ ਦੇ ਵਿੱਚ ਇਹ ਪ੍ਰੋਬਲਮ ਆ ਐਗਰੀਮੈਂਟ ਵਾਲੀ। ਕਿਸਾਨਾਂ ਦਾ ਇਹ ਕਹਿਣਾ ਵਾ। ਮੇਰੀ ਗੱਲ ਸੁਣੋ, ਤਾਂ ਮੈਂ ਕੰਟਰੈਕਟ ਫਾਰਮਿੰਗ ਦੀ ਬਾਰੇ ਕਰਾਂ। ਫਾਰਮਿੰਗ ਕੋਈ ਹੁਣ ਨਹੀਂ, ਪੁਰਾਣੇ ਟਾਈਮ ਤੋਂ ਚੱਲਦੀ ਪਈ, ਹੁਸ਼ਿਆਰਪੁਰ 'ਚ ਅਜੇ ਵੀ ਚੱਲਦੀ ਪਈ ਹੈ, ਈਵਨ ਪੈਪਸੀ ਔਰ ਦੂਜੇ ਕਿਹੜੇ ਫਸਲਾਂ 'ਤੇ ਚੱਲਦੀ ਪਈ ਹੈ? ਫਸਲਾਂ ਦੱਸ ਦਿਓ ਮੈਨੂੰ ਕਿਹੜੀਆਂ ਨੇ ਉਹ। ਮੇਰੀ ਪਹਿਲਾਂ ਨਾ ਜਾਂ ਤਾਂ ਗੱਲ ਕੰਪਲੀਟ ਹੋ ਲੈਣ ਦਿਓ ਜਾਂ ਫਿਰ ਤੁਸੀਂ ਗੱਲ ਕਰ ਲਓ। ਕਹਿਣ ਦਾ ਮਤਲਬ ਜਦ ਐਗਰੀਮੈਂਟ ਹੁੰਦਾ ਹੈ, ਕੰਟਰੈਕਟ ਫਾਰਮਿੰਗ ਹੁੰਦੀ ਹੈ, ਉਹਦੇ 'ਚ ਇੱਕ ਐਗਰੀਮੈਂਟ ਸਿਸਟਮ ਹੁੰਦਾ ਹੈ ਕਿ ਜਿਹਦੇ ਵਿੱਚ ਦੇਖੋ ਜੀ ਉਹ ਕੰਪਨੀ ਕਹਿੰਦੀ ਹੈ ਤੁਸੀਂ ਸਾਡੇ ਲਈ ਇੰਨੀ ਫਸਲ ਉਗਾ ਦਿਓ, ਇਹ ਚੀਜ਼ ਉਗਾ ਦਿਓ, ਤੇ ਉਹ ਅਗਲਾ ਜਦ ਉਗਾਉਂਦਾ ਹੈ ਉਹਦੇ ਵਿੱਚ ਕਿਸਾਨ ਐਡਵਾਂਸ ਵੀ ਤਾਂ ਲੈਂਦਾ। ਇਹ ਤਾਂ ਨਹੀਂ ਹੁੰਦਾ ਕਿ ਮੈਂ ਸਾਰੀ ਉਗਾ ਦੂੰਗਾ ਫਿਰ ਬਾਅਦ 50% ਯੂਜੂਅਲੀ ਜਿੱਥੇ ਵੀ ਕੰਟਰੈਕਟ ਫਾਰਮਿੰਗ ਚੱਲਦੀ ਪਈ ਨਾ 50% ਐਡਵਾਂਸ ਉਹ ਕੰਪਨੀ ਕੋਲ ਲੈ ਲੈਂਦੇ ਨੇ। ਉਹਦੇ 'ਚ ਉਹਨਾਂ ਦੀ ਕੋਸਟਿੰਗ ਵੀ ਨਿਕਲ ਜਾਂਦੀ ਹੈ ਔਰ ਕੁਝ ਹੱਦ ਤੱਕ ਪ੍ਰੋਫਿਟ ਵੀ ਨਿਕਲ ਜਾਂਦਾ। ਜਦ ਉਹ ਤਿਆਰ ਹੋ ਜਾਂਦਾ ਮਾਲ, ਬਾਕੀ ਪੇਮੈਂਟ
ਕਿਸਾਨ ਉਹਨਾਂ ਕੋਲ ਲੈਂਦਾ ਤੇ ਫੇਰ ਰਿਲੀਜ਼ ਕਰਦਾ। ਜਦ ਇੱਥੇ ਐਡਵਾਂਸ ਵਿੱਚ ਹੀ ਸਭ ਕੁਝ ਅੱਧਾ ਐਡਵਾਂਸ 'ਚ ਮਿਲਦਾ ਪਿਆ, ਅੱਧਾ ਚੱਕਣ ਤੋਂ ਪਹਿਲਾਂ ਹੀ ਮਿਲਦਾ ਪਿਆ, ਫਿਰ ਕਿਸਾਨਾਂ ਨੂੰ ਇਹਦੇ 'ਚ ਫਾਇਦਾ ਕਿ ਜਿਹੜਾ ਪਹਿਲਾਂ ਫਸਲ ਕੱਟੋ, ਫਿਰ ਜਾ ਕੇ ਉਹ ਆੜਤੀ ਤੇ ਰੱਖ ਕੇ ਆਓ, ਫਿਰ 1 ਮਹੀਨੇ ਵੇਟ ਕਰੋ, ਫਿਰ ਉਹ ਆੜਤੀਆ ਤੁਹਾਨੂੰ ਕਹਿੰਦਾ ਭਾਈ ਇਹਦੇ ਤੇਰੀ ਕਮੀ ਹੈ, ਮੈਂ ਤੈਨੂੰ ਪੈਸੇ ਨਹੀਂ ਦਿੰਦਾ, ਫਲਾਣਾ ਨਹੀਂ ਦਿੰਦਾ, ਉਹਦੇ 'ਚ ਫਾਇਦਾ ਕਿ ਇਹਦੇ 'ਚ ਫਾਇਦਾ। ਠੀਕ ਆ, ਤੁਸੀਂ ਮੰਨ ਚਲੋ ਤੁਸੀਂ ਕਹਤਾ ਵੀ ਇਹਨਾਂ 'ਚ ਫਾਇਦਾ ਨਹੀਂ ਹੈਗਾ ਉਹਨਾਂ ਨੂੰ, ਜਦ ਕਿਸਾਨ ਕਹਿੰਦੇ ਨੇ, ਮੇਰੀ ਗੱਲ ਸੁਣੋ, ਮੇਰੀ ਗੱਲ ਤਾਂ ਸੁਣ ਲਓ, ਗੱਲ ਸੁਣੋ ਪਹਿਲਾਂ ਮੇਰੀ। ਚਲੋ ਮੰਨ ਲਿਆ ਤੁਸੀਂ ਗੱਲ ਜਿਹੜੀ ਕਰਤੀ ਵੀ ਉਹਨਾਂ ਨੂੰ ਫਾਇਦੇ ਲਈ ਆ, ਮੰਨ ਲਿਆ। ਹੁਣ ਜਦ ਕਿਸਾਨ ਕਹਿੰਦੇ ਵੀ ਸਾਨੂੰ ਉਹ ਫਾਇਦਾ ਚਾਹੀਦਾ ਹੀ ਨਹੀਂ, ਸਾਨੂੰ ਚਾਹੀਦਾ ਵਾ ਵੀ ਸਾਨੂੰ ਆੜਤੀ ਵਾਲਾ ਸਿਸਟਮ ਹੀ ਲੋਟ ਆ, ਉਹ ਕਹਿੰਦੇ ਰੱਖ ਦਿਓ, ਅਸੀਂ ਉੱਥੇ ਬੋਰੀਆਂ ਰੱਖ ਕੇ ਲੋਟਵਾਂ। ਅਸੀਂ ਗੱਲ ਸੁਣੋ, ਇਸ ਤਰ੍ਹਾਂ ਤੁਸੀਂ ਕਹਿੰਦੇ ਹੋ ਕਿ ਕਿਸਾਨ ਕਹਿੰਦਾ ਨਹੀਂ ਚਾਹੁੰਦਾ, ਕਿੰਨੇ ਖਾਲੀ ਪੰਜਾਬ ਦੇ ਕਿਸਾਨ ਡਿਸਾਈਡਿੰਗ ਫੈਕਟਰਸ ਨੇ। ਤੁਸੀਂ ਸਿੰਘੂ ਬਾਰਡਰ ਜਾਂ ਕੁੰਡਲੀ ਬਾਰਡਰ ਗਏ ਹੋ, ਤੁਸੀਂ ਮੇਰੀ ਗੱਲ ਸੁਣੋ, 1 ਮਿੰਟ ਧਿਆਨ ਦਿਓ, ਉੱਥੇ ਜਾ ਕੇ ਗੇੜਾ ਮਾਰੋ, ਸਾਰੇ ਪਾਸੇ ਗੇੜਾ ਮਾਰ ਕੇ ਆਓ ਤੇ ਦੇਖੋ ਕਿਹੜੀ ਕਿਹੜੀ ਲੈਂਗੁਏਜ ਵਾਲੇ ਬੈਠੇ ਨੇ ਉੱਥੇ, ਲੈਂਗੁਏਜ ਤੋਂ ਪਛਾਣ ਲਓਗੇ ਕਿਹੜੇ ਸਟੇਟ ਦੇ ਬੰਦੇ ਨੇ। ਤੁਹਾਡਾ ਇਹਦਾ ਜਵਾਬ ਦੇਣਾ, 2014 ਦੇ ਇਲੈਕਸ਼ਨ ਮੈਨੀਫੈਸਟੋ 'ਚ ਕਾਂਗਰਸ ਪਾਰਟੀ ਦਾ ਇਲੈਕਸ਼ਨ ਮੈਨੀਫੈਸਟੋ ਪੜ੍ਹ ਲਓ, ਭਾਵੇਂ 2019 ਦਾ ਕਾਂਗਰਸ ਪਾਰਟੀ ਦਾ ਪੜ੍ਹ ਲਓ, ਆਮ ਆਦਮੀ ਪਾਰਟੀ ਦਾ 2017 ਦਾ ਪੜ੍ਹ ਲਓ ਜਾਂ ਉਸ ਤੋਂ ਬਾਅਦ ਦਾ ਪੜ੍ਹ ਲਓ, ਜਿਹੜੀ ਸੈਂਟਰਲ ਕਮੇਟੀ ਸੀਗੀਆਂ ਜਿਹਦੀ ਗੱਲ ਕਰਦੀ ਤੇ ਉਹੀ ਚੀਜ਼ਾਂ ਮੋਦੀ ਸਰਕਾਰ ਨੇ ਅੱਜ ਲਾਗੂ ਕੀਤੀਆਂ। ਤਕਲੀਫ ਹੈ ਨਹੀਂ ਕਿ ਕਾਨੂੰਨ ਪਾਸ ਹੋਏ ਨੇ, ਤਕਲੀਫ ਹੈ ਕਿ ਮੋਦੀ ਸਾਹਿਬ ਨੇ ਪਾਸ ਕਰ ਦਿੱਤੇ ਨੇ, ਬੀਜੇਪੀ ਨੇ ਪਾਸ ਕਰ ਦਿੱਤੇ। ਪਹਿਲੀ ਗੱਲ, ਕ੍ਰੈਡਿਟ ਕਿਤੇ ਇਹਨਾਂ ਨੂੰ ਨਾ ਮਿਲ ਜਾਏ। ਹੁਣ ਜਿੰਨਾ ਵੀ ਡਰਾਮਾ ਉੱਥੇ ਚੱਲ ਰਿਹਾ, ਉੱਥੇ ਇਹ ਸਾਰਾ ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਤੇ ਆਮ ਆਦਮੀ ਪਾਰਟੀ ਦਾ ਭੜਕਾਇਆ ਹੋਇਆ ਹੈ ਕਿਸਾਨਾਂ ਨੂੰ, ਤਾਂ ਕਿ ਉੱਥੇ ਜਾ ਕੇ ਬੈਠਣ ਤੇ ਆਪਣੀ ਰਾਜਨੀਤਿਕ ਰੋਟੀਆਂ ਸੇਕ ਸਕਣ। ਇਹ ਆਪਣੇ ਪੰਜਾਬ ਦੇ ਮੁੱਦਿਆਂ ਤੋਂ ਭਟਕ ਜਾਣ, ਉਹ ਪੰਜਾਬ ਦੇ ਮੁੱਦਿਆਂ ਤੋਂ ਭਟਕ ਜਾਣ। ਪੰਜਾਬ ਸਰਕਾਰ ਨੇ ਕਿਸਾਨਾਂ ਨੂੰ ਭੜਕਾ ਕੇ ਉੱਥੇ ਜਾ ਕੇ ਦਿੱਲੀ ਬਿਠਾਤਾ। ਮਗਰੋਂ ਇਹਨਾਂ ਦੇ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੇ ਲਾਗੂ ਕਰਤੇ ਇਹ ਕਾਨੂੰਨ। ਪਿਛਲੇ ਕਿਸੇ ਚੈਨਲ ਦੇ ਡਿਬੇਟ 'ਤੇ ਵੀ ਮੈਂ ਦਿਖਾਤਾ ਸੀਗਾ, ਮੰਤਰੀ ਜੀ ਦੀ ਖੁਦ ਦੀ ਸਟੇਟਮੈਂਟ ਹੈ ਕਿ ਇਸ ਸਾਲ ਜਿਹੜੀ ਅਸੀਂ ਖਰੀਦ ਕੀਤੀ ਹੈ ਉਹ 25% ਵੱਧ ਰੇਟ ਦੇ ਕੇ ਕੀਤੀ ਹੈ ਤੇ ਕੇਂਦਰੀ ਨਵੇਂ ਕਾਨੂੰਨਾਂ, ਐਗਰੀਕਲਚਰ ਕਾਨੂੰਨਾਂ ਦੇ ਅੰਦਰ ਕੀਤੀ ਹੈ। ਤੇ ਆਉਣ ਵਾਲੇ ਟਾਈਮ 'ਚ ਜਿਹੜੀ ਪੈਡੀ ਦੀ ਫਸਲ ਵੀ ਜਿਹੜੀ ਖਾਰੀ ਕ੍ਰੌਪ ਲਵਾਂਗੇ, ਉਹ ਵੀ ਜਿਹੜੀ ਹੈ ਉਹ ਕੇਂਦਰੀ ਕਾਨੂੰਨਾਂ ਦੇ ਅੰਤਰਗਤ ਲਵਾਂਗੇ। ਭਾਰਤ ਭੂਸ਼ਣ ਆਸ਼ੂ, ਮੇਰੇ ਵੱਡੇ ਪ੍ਰਸ਼ਨ ਨੇ ਕੈਪਟਨ ਅਮਰਿੰਦਰ ਸਿੰਘ ਜੀ ਮੁੱਖ ਮੰਤਰੀ ਪੰਜਾਬ ਜੀ ਤੋਂ, ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਤੋਂ, ਜਾਂ ਤੇ ਕਹਿ ਦਿਓ ਕਿ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਕਾਂਗਰਸ ਪਾਰਟੀ ਤੋਂ ਨਹੀਂ ਨੇ, ਕਾਂਗਰਸ ਦੇ ਕੈਬਨਿਟ ਮੰਤਰੀ ਨਹੀਂ ਨੇ, ਜਾਂ ਕਹਿ ਦਿਓ ਕਿ ਉਹ ਝੂਠ ਬੋਲ ਰਹੇ ਨੇ। ਉਹਨਾਂ ਨੇ ਸਾਰੇ ਮੀਡੀਆ ਦੇ ਸਾਹਮਣੇ ਇਹ ਸਟੇਟਮੈਂਟ ਦਿੱਤੀ, ਅਖਬਾਰਾਂ 'ਚ ਵੀ ਆਇਆ, ਕੋਈ ਸਾਡਾ ਕਹਿਣਾ ਨਹੀਂ ਹੈ, ਇਹ ਉਹਨਾਂ ਦਾ ਕਹਿਣਾ ਹੈ। ਉਹਨਾਂ ਨੇ ਇਹਦੀ ਤਾਰੀਫ ਕੀਤੀ ਤੇ ਜਦ ਤੁਹਾਡੇ ਮੰਤਰੀ ਇੱਕ ਪਾਸੋਂ ਤਾਰੀਫ ਕਰਦੇ ਨੇ, ਇੱਕ ਪਾਸੇ ਇੱਥੇ ਲਾਗੂ ਕਰ ਦਿੰਦੇ ਨੇ, ਔਰ ਉਸ ਤੋਂ ਪਹਿਲਾਂ ਭੜਕਾ ਕੇ ਕਿਸਾਨਾਂ ਨੂੰ ਉੱਥੇ ਭੇਜ ਦੇਣ ਤਾਂ ਕਿ ਪੰਜਾਬ ਦੇ ਜਿਹੜੇ ਇਸ਼ੂਜ਼ ਨੇ ਉਹਨਾਂ ਤੋਂ ਧਿਆਨ ਭਟਕਾ ਦਿੱਤਾ ਜਾਵੇ। ਇਹ ਦੇ ਰਿਹਾ ਕਿ ਜੇ ਇਹ ਕਾਨੂੰਨ ਗਲਤ ਸੀਗੇ ਤੇ ਪੰਜਾਬ ਸਰਕਾਰ ਨੂੰ ਜਾਂ ਕੈਬਨਿਟ ਮੰਤਰੀ ਭਾਰਤ ਭੂਸ਼ਣ ਆਸ਼ੂ ਜੀ ਨੂੰ ਉਸ ਨੂੰ ਪ੍ਰੇਜ਼ ਕਰਨ ਦੀ ਕੀ ਲੋੜ ਸੀ, ਇੱਥੇ ਲਾਗੂ ਕਰਨ ਦੀ ਕੀ ਲੋੜ ਸੀ? ਠੀਕ ਹੈ। ਫਿਰ ਜੇ ਕੇਜਰੀਵਾਲ ਸਾਹਿਬ ਦਿੱਲੀ 'ਚ ਗੱਲ ਕਰਦੇ ਨੇ, ਪਹਿਲਾਂ ਉਹ ਨੋਟੀਫਾਈ ਕਰ ਦਿੰਦੇ ਨੇ, ਬਾਅਦ 'ਚ ਇੱਕ ਡਰਾਮਾ ਪਾੜਨ ਦਾ ਕਰ ਦਿੰਦੇ ਨੇ, ਔਰ ਉੱਥੇ ਵੀ ਦਿੱਲੀ ਦੇ ਵਿੱਚ ਵੀ ਇਹ ਕਾਨੂੰਨ ਲਾਗੂ ਨੇ। ਤੇ ਕਹਿਣ ਦਾ ਮਤਲਬ ਹੈ ਇਹ ਤੇ ਜਸਟ 2022 ਦੀ ਪੰਜਾਬ ਦੇ ਇਲੈਕਸ਼ਨਸ ਨੂੰ ਧਿਆਨ 'ਚ ਰੱਖਦੇ ਹੋਏ ਆਪਣੀ ਰਾਜਨੀਤਿਕ ਰੋਟੀਆਂ ਸੇਕਣ ਲਈ, ਭਾਵੇਂ ਸ਼੍ਰੋਮਣੀ ਅਕਾਲੀ ਦਲ ਹੈ, ਭਾਵੇਂ ਇਹ ਕਾਂਗਰਸ ਪਾਰਟੀ ਹੈ, ਭਾਵੇਂ ਆਮ ਆਦਮੀ ਪਾਰਟੀ ਹੈ, ਸਾਡੇ ਕਿਸਾਨ ਵੀਰਾਂ ਨੂੰ ਉਕਸਾ ਕੇ ਇਹਨਾਂ ਨੇ ਦਿੱਲੀ ਬਾਰਡਰ 'ਤੇ ਬਿਠਾਇਆ। ਇਹਦੇ ਵਿੱਚ ਸਾਡੇ ਕਿਸਾਨ ਵੀਰਾਂ ਨੂੰ ਅਸੀਂ ਬਾਰ-ਬਾਰ ਅਪੀਲ ਕਰਦੇ ਹਾਂ ਕਿ ਤੁਸੀਂ ਇਹ ਰਾਜਨੀਤਿਕ ਪਾਰਟੀਆਂ ਤੋਂ ਦੂਰ ਬਣਾ ਕੇ ਕਿਸੇ ਵੀ ਉੱਥੇ ਪੋਲੀਟੀਕਲ ਪਾਰਟੀ ਨਾ ਜਾਵੇ, ਭਾਵੇਂ ਕੋਈ ਵੀ ਅੱਜ ਜਾ ਕੇ ਉੱਥੇ ਟਕੈਤ ਜੀ ਦਾ। ਚਲੋ ਹੁਣ ਪਹਿਲਾਂ ਮੇਰੀ ਗੱਲ ਸੁਣੋ, ਪਹਿਲਾਂ ਮੇਰੀ ਗੱਲ ਸੁਣ ਲਓ, ਬਹੁਤ ਬੋਲ ਲਈ, ਹੁਣ 1 ਮਿੰਟ ਰੁਕੋ, ਪਹਿਲਾਂ ਮੇਰੀ ਗੱਲ ਸੁਣ ਲਓ। ਤੁਸੀਂ ਕਹਿੰਦੇ ਭੜਕਾਤਾ ਉਹਨਾਂ ਨੂੰ, ਭੜਕਾ ਕੇ ਪੰਜਾਬ ਦੇ ਮੁੱਦਿਆਂ ਤੋਂ ਭੜਕਾ ਕੇ ਜਿਹੜੇ ਕੰਮ ਹੋਣ ਵਾਲੇ ਸੀ ਉਹ ਨਾਲ ਪਿੱਛੇ ਕਰੀ। ਤੁਹਾਡਾ ਇਹ ਇਲਜ਼ਾਮ ਆ ਪੰਜਾਬ ਗੌਰਮੈਂਟ ਦੇ ਉੱਤੇ, ਚਲੋ ਕਰਦੇ ਹੋਣਗੇ। ਫਿਰ ਹੁਣ ਸੈਂਟਰ ਨੇ ਇੱਕ ਪਾਸੇ ਧਿਆਨ ਲਾਇਆ, ਸਾਰੇ ਲੋਕਾਂ ਦਾ ਉੱਧਰ ਧਿਆਨ ਗਿਆ ਹੋਇਆ ਵਾ ਐਜੀਟੇਸ਼ਨ ਦੇ ਵੱਲ ਨੂੰ, ਜੋ ਪ੍ਰਦਰਸ਼ਨ ਚੱਲਦਾ ਪਿਆ, ਧਰਨਾ ਚੱਲਦਾ ਪਿਆ ਕਿਸਾਨਾਂ ਦਾ, ਤੇ ਫਿਰ ਐਵੇਂ ਤਾਂ ਫਿਰ ਉੱਧਰ ਵੀ ਹੋ ਸਕਦਾ, ਕੁਛ ਨਾ ਕੁਛ ਹੋ ਸਕਦਾ ਕਿ ਨਹੀਂ। ਬੀਜੇਪੀ ਸਰਕਾਰ ਦੇ ਵੱਲੋਂ, ਬੀਜੇਪੀ ਸਰਕਾਰ ਤੁਸੀਂ ਬਲੇਮ ਕਰਦੇ ਪਏ ਨਾ, ਬਲੇਮ ਗੇਮ ਜਿਹੜੀ ਖੇਡੀ ਜਾ ਰਹੀ ਹੈ, ਬਲੇਮ ਗੇਮ ਖੇਡੀ ਜਾ ਰਹੀ, ਕੋਈ ਬੀਜੇਪੀ ਕਾਂਗਰਸ ਉੱਤੇ, ਕਾਂਗਰਸ ਬੀਜੇਪੀ ਉੱਤੇ, ਇੱਕ ਦੂਜੇ ਨੇ ਬਲੇਮ ਕਿਉਂ ਖੇਡੇ ਜਾ ਰਹੇ ਆ? ਮੈਨੂੰ ਇਹ ਗੱਲ ਦੱਸੋ ਨਾ, ਅੱਜ 2 ਮਹੀਨੇ ਤੋਂ ਉੱਪਰ ਕਿਸਾਨ ਹੋ ਗਏ ਉੱਥੇ ਬਾਰਡਰ ਦੇ ਉੱਤੇ, ਸਾਡੇ ਵੀਰ ਬੈਠੇ ਨੇ, ਭੈਣਾਂ ਬੈਠੀਆਂ ਨੇ, ਬਜ਼ੁਰਗ ਬੈਠੇ ਨੇ, ਕੀ ਕੇਂਦਰ ਸਰਕਾਰ ਨੇ ਉਹਨਾਂ ਨੂੰ ਕਿਹਾ ਕਿ ਭਾਈ ਉਹਨਾਂ ਨੂੰ ਉਠਾਉਣ ਦੀ ਜਬਰਨ ਕੋਸ਼ਿਸ਼ ਕੀਤੀ? ਜਾਂ ਟਕੈਤ ਨਾਲ ਕੀ ਹੋਇਆ? ਜਿਹੜੇ ਟਕੈਤ ਨੇ ਉਹਨਾਂ ਨਾਲ ਕੀ ਹੋਇਆ? ਤੁਸੀਂ ਨਿਊਜ਼ ਪਤਾ ਨਹੀਂ ਕਿਹੜੀਆਂ ਦੇਖਦੇ ਰਹਿੰਦੇ ਹੋ, ਮੈਨੂੰ ਸਮਝ ਨਹੀਂ ਆਉਂਦੀ ਪਈ ਹੈਗੀ। ਤੁਸੀਂ ਨਿਊਜ਼ ਦੇਖੋ ਵਧੀਆ ਵਾਲੀਆਂ, ਨਿਊਜ਼ ਧਿਆਨ ਨਾਲ ਦੇਖੀਏ। ਟਕੈਤ ਜੀ ਉੱਥੇ ਉਕਸਾ ਰਹੇ ਨੇ ਕਿਸਾਨਾਂ ਨੂੰ, ਕੌਣ ਹਮਾਰਾ ट्रैक्टर रोकेगा, हम तो दिल्ली के आउटर रिंग रोड से अंदर जाएंगे, लाल किले तक जाएंगे, कौन रोकेगा? यूथ ਨੂੰ ਉਕਸਾਇਆ ਕਿ ਨਹੀਂ? ਦਿੱਲੀ ਸਾਰਿਆਂ ਦੀ ਹੈ, ਕਿਸੇ ਇੱਕ ਜਾਣੇ ਦੀ ਨਹੀਂ ਹੈਗੀ। ਦਿੱਲੀ ਸਾਰਿਆਂ ਦੀ ਹੈ, ਦਿੱਲੀ ਮੇਰੀ ਵੀ ਆ, ਦਿੱਲੀ ਤੁਹਾਡੀ ਵੀ ਆ, ਦਿੱਲੀ ਇਹਨਾਂ ਦੀ ਵੀ ਆ, ਦਿੱਲੀ ਸਾਰਿਆਂ ਦੀ ਆ। ਦਿੱਲੀ ਤੁਹਾਡੀ ਹੈ, ਪਰ ਦਿੱਲੀ ਦੇ ਵਿੱਚ ਅੰਦਰ ਟਰੈਕਟਰ ਰੈਲੀ ਦੀ ਪਰਮਿਸ਼ਨ ਨਹੀਂ ਮਿਲੀ ਸੀ। ਜਥੇਬੰਦੀਆਂ ਨੇ ਰਿਟਰਨ 'ਚ ਉੱਥੇ ਲਿਖ ਕੇ ਦਿੱਤਾ ਸੀ ਕਿ ਅੰਦਰ ਨਹੀਂ ਜਾਵਾਂਗੇ, ਉਸ ਪਰਮਿਟਡ ਜਾਵਾਂਗੇ। ਕਿਉਂ ਗਏ?
ਕਿਉਂ ਗਏ ਅੰਦਰ? 2 ਗਰੁੱਪ ਗਏ, ਉਹ ਕਿਹੜੇ ਗਏ? ਜਿਹੜੇ ਵੀ ਗਏ, ਜਿਹੜਾ ਭਾਵੇਂ ਤੁਹਾਨੂੰ ਜਾਂ ਪਤਾ ਹੀ ਨਹੀਂ ਫਿਰ ਤੁਸੀਂ ਕੀ ਕਹੀ ਜਾਂਦੇ? ਮੈਂ ਕਹਿੰਦਾ ਲੱਖਾ ਸੁਢਾਣਾ ਤੇ ਜੋ ਵੀ ਜਿਹੜਾ ਵੀ ਗਰੁੱਪ ਗਿਆ, ਜਿਹੜੇ ਗਰੁੱਪ ਦਾ ਇੱਕ ਬੰਦੇਰ ਗਰੁੱਪ ਸੀ, ਦੂਜਾ ਗਰੁੱਪ ਦਾ ਮੈਂ ਕਹਿੰਦਾ ਜਿਹੜੇ ਵੀ ਗਏ, ਹੁਣ ਉਹ ਤੇ ਇਹ ਜਾਣਨਾ ਨਾ, ਇਹ ਜਵਾਬ ਦੇਣ, ਹੁਣ ਜਿਹੜੀ ਇਨਵੈਸਟੀਗੇਸ਼ਨ ਹੋ ਜਾਏ ਸਭ ਕੁਝ ਸਾਹਮਣੇ ਆ ਜਾਣਾ, ਸਭ ਕੁਝ ਸਾਹਮਣੇ ਆਣਾ ਕਿਉਂ ਗਏ। ਜ਼ਿਆਦਾ ਜਥੇਬੰਦੀਆਂ ਉੱਥੇ ਜਾ ਕੇ ਸਾਈਨ ਕਰਕੇ ਦਿੱਲੀ ਪੁਲਿਸ ਨੂੰ ਇੱਕ ਰਿਟਰਨ 'ਚ ਆਸ਼ਵਾਸਨ ਦੇ ਕੇ ਆਈਆਂ ਸਨ। ਫਿਰ ਆ ਬੈਕ ਕਿਸ ਤਰ੍ਹਾਂ ਜਾ ਸਕਦੇ ਨੇ? ਉੱਥੇ ਲਿਖਿਆ ਸੀ ਕਿ ਜੇ ਕੁਝ ਵਾਇਲੈਂਸ ਹੋਈ, ਜੇ ਦਿੱਲੀ 'ਚ ਤੋੜਫੋੜ ਹੋਈ, ਜੇ ਬੈਰੀਕੇਡ ਕ੍ਰਾਸ ਕੀਤੇ, ਜੇ ਕੁਝ ਲਾਅ ਐਂਡ ਆਰਡਰ ਵਿਗੜਿਆ, ਉਹਦੇ ਲਈ ਤੁਸੀਂ ਜ਼ਿੰਮੇਵਾਰ ਹੋਗੇ। ਅੱਜ ਇਹ ਜਿੰਨੇ ਜਥੇਬੰਦੀਆਂ ਦੇ ਪ੍ਰਧਾਨ ਨੇ, ਹੁਣ ਕਿਉਂ ਭੱਜਦੇ ਨੇ ਉਸ ਗੱਲਾਂ ਤੋਂ? ਕਿਉਂ ਨਹੀਂ ਉਸ ਗੱਲ ਤੋਂ ਖੜਦੇ? ਫਿਰ ਵਿਸ਼ਵਾਸ ਤੇ ਸਰਕਾਰ ਦੇ ਦਿਮਾਗ 'ਚ ਆਪਣੇ ਪ੍ਰਤੀ ਤਾਂ ਹੀ ਗਵਾ ਲੈਂਦੇ ਨੇ ਨਾ, ਜਦ ਆਪਣੀ ਅੰਡਰਟੇਕਿੰਗ ਤੇ ਨਹੀਂ ਖੜਦੇ। ਫਿਰ ਸੁਪਰੀਮ ਕੋਰਟ ਨੂੰ ਕੀ ਜਵਾਬ ਦੇਣਗੇ? ਕੀ ਲੋੜ ਸੀ ਉੱਥੇ ਜਾ ਕੇ ਆਪਣਾ ਕੇਸਰੀ ਝੰਡਾ ਚੜਾਉਣ ਦੀ ਤੇ ਭਾਰਤ ਦਾ ਥੱਲੇ ਲਾਉਣ ਦੀ? ਕੀ ਲੋੜ ਸੀਗੀ? ਇਹ ਆਪਣਾ ਬੀਜੇਪੀ ਸਰਕਾਰ EMPLOYMENT ਦੇ ਲਈ ਕੀ ਕਰ ਰਹੀ ਹੈ? ਰੋਜ਼ਗਾਰ ਦੇ ਲਈ ਬੀਜੇਪੀ ਸਰਕਾਰ ਕੀ ਕਰਦੀ ਪਈ ਆ? ਪਹਿਲਾਂ ਮੈਨੂੰ ਇੰਨੀ ਗੱਲ ਦਾ ਜਵਾਬ ਦੇ ਦਿਓ, ਕਿੰਨੇ ਕੁ ਲੋਕਾਂ ਨੂੰ ਅਸੀਂ ਰੋਜ਼ਗਾਰ ਜਿਹੜਾ ਦੇ ਚੁੱਕੇ ਹਾਂ? ਦੇਖੋ, ਗੱਲ ਇਸ ਤਰ੍ਹਾਂ, ਸਕਿੱਲ ਇੰਡੀਆ, ਮੇਕ ਇਨ ਇੰਡੀਆ ਦੇ ਵਿੱਚ ਮੇਕ ਇਨ ਇੰਡੀਆ ਤੇ ਪਹਿਲਾਂ ਵੀ ਚੱਲ ਪਈ ਸਾਡਾ। ਮੈਂ ਤੁਹਾਨੂੰ ਇੱਕ ਚੀਜ਼ ਦੱਸ ਦੇਣਾ, ਸਕਿੱਲ ਇੰਡੀਆ, ਮੇਕ ਇਨ ਇੰਡੀਆ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਹੀ ਸਕੀਮ ਹੈ, ਕੋਈ ਕਾਂਗਰਸ ਦੀ ਲਿਆਂਦੀ ਨਹੀਂ ਹੋਈ ਹੈ। 2000 ਚਲੋ ਮੰਨ ਲੈਂਦੇ ਆ, ਗੱਲ ਤਾਂ ਇਹ ਬਣਦੀ ਹੈ ਵੀ 70 ਸਾਲ ਦੇ ਵਿੱਚ ਜੋ 에ਅਰਪੋਰਟ ਬਣਾਏ ਨੇ, ਜੋ ਰੇਲਵੇਜ਼ ਬਣਾਈਆਂ ਨੇ, ਜੋ ਕੁਝ ਵੀ ਬਣਾਇਆ ਵਾ, ਇਹ ਉਸ ਦੀ ਗੱਲ ਆਉਂਦੀ ਆ। ਫਿਰ ਉਹਨਾਂ ਨੂੰ ਬਾਅਦ ਵਿੱਚ ਆਪਾਂ ਪ੍ਰਾਈਵੇਟਾਈਜੇਸ਼ਨ ਵੀ ਕਰਦੇ ਪਏ ਨਾ, ਸਾਰਾ ਕੁਝ ਇਹ ਵੀ ਹੋ ਰਿਹਾ ਨਾ। ਦੇਖੋ, ਮੈਂ ਨਾ ਪਹਿਲਾਂ ਤੁਹਾਡਾ ਉਹ ਜਵਾਬ ਦਾਂਗਾ ਜਿਹੜਾ ਤੁਸੀਂ ਕਿਹਾ ਕਿ ਇੰਪਲੋਇਮੈਂਟ ਜਨਰੇਟ ਕਰਨ ਲਈ ਕੀ ਕੀਤਾ। ਸਕਿੱਲ ਇੰਡੀਆ ਦੇ ਅੰਦਰ ਲੋਕਾਂ ਦੇ ਵਿੱਚ ਸਕਿੱਲਸ ਪੈਦਾ ਕੀਤੀ ਜਾ ਰਹੀ ਹੈ ਕਿ ਤਾਂ ਕਿ ਉਹ ਆਪਣਾ ਸੈਲਫ ਰਿਲਾਇੰਟ ਬਣਨ, ਆਪਣਾ ਕੰਮ ਖੋਲ੍ਹਣ। ਉਹਦੇ ਲਈ ਲੋਨ ਵੀ ਜਿਹੜੀ ਹੈ ਮੋਦੀ ਸਰਕਾਰ ਦਵਾ ਰਹੀ ਹੈ, ਠੀਕ ਹੈ। ਪ੍ਰਧਾਨ ਮੰਤਰੀ ਜਿਹੜਾ ਲੋਨ ਸਕੀਮ ਹੈ ਉਹਦੇ ਅੰਡਰ ਜਿਹੜੀ ਸਕਿੱਲ ਇੰਡੀਆ ਦੇ ਅੰਦਰ ਉਹਨਾਂ ਨੂੰ ਟ੍ਰੇਨਿੰਗ ਦਿੱਤੀ ਜਾ ਰਹੀ ਹੈ, ਭਾਵੇਂ ਉਹ ਮੋਬਾਈਲ ਰਿਪੇਅਰ ਦਾ ਕੰਮ ਸਿੱਖਣਾ ਸ਼ੁਰੂ ਕਰਦਾ, ਭਾਵੇਂ ਉਹ ਸਟਿਚਿੰਗ ਦਾ, ਕੋਈ ਵੀ ਜਿਹੜਾ ਕੰਮ ਕਰਨਾ ਚਾਹੁੰਦਾ। ਹੁਣ ਜਦ ਤੱਕ ਅਸੀਂ ਆਪਣੇ ਯੂਥ ਦੇ ਅੰਦਰ ਜਾਂ ਜਿਹੜੇ ਬੇਰੁਜ਼ਗਾਰ ਹੈਗੇ ਹਨ ਉਹਨਾਂ ਦੇ ਵਿੱਚ ਸਕਿੱਲ ਨਹੀਂ ਲਿਆਵਾਂਗੇ ਕਿ ਉਹ ਕੰਮ ਦੀ, ਅਸੀਂ ਉਹਨਾਂ ਨੂੰ ਇੰਪਲੋਏ ਕਿੱਥੇ ਕਰਾਂਗੇ ਜਾਂ ਉਹਨਾਂ ਨੂੰ ਸੈਲਫ ਰਿਲਾਇੰਟ ਕਿੱਥੇ ਬਣਾਂਗੇ? ਅਸੀਂ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਹਾਂ। ਆਤਮ ਨਿਰਭਰ ਭਾਰਤ ਤਦ ਹੀ ਬਣੇਗਾ ਜਦ ਉਹਨਾਂ 'ਚ ਅਸੀਂ ਸਕਿੱਲ ਲਿਆਵਾਂਗੇ, ਉਹਨਾਂ ਲਈ ਓਪਰਚੁਨਿਟੀਜ਼ ਕ੍ਰੀਏਟ ਕਰਾਂਗੇ। ਜਦ ਸਕਿੱਲ ਆਏਗਾ, ਉਹਨਾਂ ਨੂੰ ਲੋਨ ਵੀ ਦਿੱਤਾ ਜਾ ਰਿਹਾ, ਸਸਤੇ ਇੰਟਰਸਟ ਰੇਟ 'ਤੇ ਦਿੱਤਾ ਜਾ ਰਿਹਾ, ਈਜ਼ੀ ਮੋਡ 'ਚ ਦਿੱਤਾ ਜਾ ਰਿਹਾ, ਜਿਹਦੇ ਨਾਲ ਅਗਲਾ ਉਹ ਕਾਰੋਬਾਰ ਕਰੇ, ਉਹ ਤੋਂ ਕਮਾਵੇ ਤੇ ਹੋਰ ਇੰਪਲੋਇਮੈਂਟ ਜਨਰੇਟ ਕਰੇ। ਫੋਰ ਐਗਜ਼ਾਮਪਲ, ਇੱਕ ਬੰਦਾ ਕੋਈ ਦੁਕਾਨ ਖੋਲ੍ਹਦਾ, ਉਹਦੇ 'ਚੋਂ ਸਕਿੱਲ ਹੋਏਗੀ, ਉੱਥੇ ਲੱਗੇਗਾ, ਮੋਬਾਈਲ ਰਿਪੇਅਰ ਦੀ ਖੋਲ੍ਹਦਾ, 4 ਇੰਪਲੋਈ ਨਾਲ ਰੱਖੇਗਾ ਤਾਂ 4 ਇੰਪਲੋਈਆਂ ਨੂੰ ਅੱਗੇ ਮਿਲਦਾ ਇੰਪਲੋਇਮੈਂਟ। ਆਪਾਂ ਗੱਲ ਕਰੀਏ ਸੈਮਸੰਗ ਦੀ ਫੈਕਟਰੀ ਨੋਇਡਾ ਦੀ। ਨੋਇਡਾ ਦੇ ਵਿੱਚ ਫੈਕਟਰੀ, ਸਭ ਤੋਂ ਵੱਡੀ ਫੈਕਟਰੀ ਜਿਹੜੀ ਹੈ ਸੈਮਸੰਗ ਮੋਬਾਈਲਾਂ ਦੀ, ਮੋਦੀ ਸਰਕਾਰ ਲੈ ਕੇ ਆਈ। ਉੱਥੇ ਤੁਸੀਂ ਦੇਖੋ ਇੰਡੀਆ 'ਚ ਲੱਗੀ ਹੈ, ਅਤੇ ਉੱਥੇ ਜਿਹੜੀ ਅੰਦਰ ਜਿਹੜੇ ਜੌਬ ਕਰ ਰਹੇ ਨੇ ਉਹ ਇੰਪਲੋਇਮੈਂਟ ਮਿਲੀ, ਉਹ ਇੰਡੀਆ ਦੇ ਲੋਕਾਂ ਨੂੰ ਮਿਲੀ ਹੈ ਨਾ, ਕਿਤੇ ਹੋਰ ਬਾਹਰੋਂ ਤਾਂ ਨਹੀਂ ਆ ਗਏ, ਠੀਕ ਹੈ। ਇੰਪਲੋਇਮੈਂਟ ਪ੍ਰਮੋਟ ਮੈਨੂੰ ਪਹਿਲਾਂ ਕੰਪਲੀਟ ਕਰ ਲੈਣ ਦਿਓ, ਮੈਂ ਗੱਲ ਕੰਪਲੀਟ ਕਰਾਂ। ਫਿਰ ਕੋਚਿਸ ਦੀ ਗੱਲ ਕਰੀਏ ਕਿ ਈਵਨ ਇੱਥੋਂ ਜਿਹੜੇ ਅਸੀਂ ਬਣਾ ਕੇ ਮੈਟਰੋ ਕੋਚਿਸ ਉਹ ਆਸਟ੍ਰੇਲੀਆ ਤੇ ਦੂਜੀ ਕੰਟਰੀਜ਼ ਨੂੰ ਵੀ ਭੇਜ ਰਹੇ ਹਾਂ। ਇਸ ਤਰ੍ਹਾਂ ਬਹੁਤ ਕੁਝ ਹੋ ਰਿਹਾ ਜਿਹਦੇ 'ਚ ਕਿ ਅਸੀਂ ਆਪਣੇ ਆਪ ਨੂੰ ਆਤਮ ਨਿਰਭਰ ਕਰ ਰਹੇ ਹਾਂ। ਮੈਂ ਤੁਹਾਨੂੰ 70 ਸਾਲ ਦੀ ਵੀ ਗੱਲ ਦੱਸ ਦਿੰਦਾ। ਤੁਸੀਂ ਪ੍ਰੋਕਿਉਰਮੈਂਟ, ਤੁਸੀਂ ਮੈਨੂੰ ਇੱਕ ਗੱਲ ਦੱਸੋ, ਕਿਹੜੀ ਚੀਜ਼ ਇੰਡੀਆ ਦੇ ਵਿੱਚ ਡਾਇਰੈਕਟ ਬਣਦੀ ਸੀ? ਅਸੀਂ ਹਰ ਚੀਜ਼ ਇੰਪੋਰਟ ਕਰਦੇ ਸੀ, ਭਾਵੇਂ ਚਾਈਨਾ ਤੋਂ, ਭਾਵੇਂ ਕਿਤੋਂ। ਅੱਜ ਮੋਦੀ ਸਰਕਾਰ ਨੇ ਆਪਣੇ ਆਪ ਨੂੰ ਸੈਲਫ ਰਿਲਾਇੰਟ ਕਰਨ ਦੀ ਕੋਸ਼ਿਸ਼ ਕੀਤੀ ਹੈ ਕਿ ਅਸੀਂ ਚੀਜ਼ਾਂ ਇੱਥੇ ਬਣਾ ਕੇ, ਬਲਕਿ ਬਣਾਈਏ ਨਹੀਂ, ਆਪਣੀ ਕੰਜ਼ੰਪਸ਼ਨ ਵੀ ਪੂਰੀ ਕਰੀਏ ਤੇ ਅੱਗੇ ਜਾ ਕੇ ਦੂਸਰੀ ਕੰਟਰੀਜ਼ ਨੂੰ ਵੀ ਐਕਸਪੋਰਟ ਕਰੀਏ। ਔਰ ਉਹਦੇ 'ਚ ਡਿਮਾਂਡ ਕਿੰਨੀ ਨਿਕਲ ਰਹੀ ਹੈ ਵੀ ਦੇਖੋ। ਤੇ ਟਰੈਕ ਤੇ ਧੀਰੇ ਧੀਰੇ ਆਏਗਾ, ਜਾਦੂ ਦੀ ਛੜੀ ਤੇ ਹੈ ਨਹੀਂ ਕਿ 3-4 ਸਾਲਾਂ 'ਚ ਘੁੰਮ ਜਾਏਗੀ, ਲੇਕਿਨ ਟਾਈਮ ਲੱਗਦਾ। ਹੁਣ ਮੈਂ ਗੱਲ ਪੁੱਛਣਾ ਚਾਹੁੰਦਾ ਤੁਹਾਨੂੰ, ਤੁਸੀਂ ਕਹਿੰਦੇ ਹੋ ਵੀ ਮੇਕ ਇਨ ਇੰਡੀਆ ਬਣਾ ਲਏਗਾ, ਚਲੋ ਵਧੀਆ ਗੱਲ, ਚੱਲਦਾ ਵੀ ਪਿਆ ਵਾ। ਤੁਸੀਂ ਕਹਿੰਦੇ ਆਤਮ ਨਿਰਭਰ ਭਾਰਤ ਦੀ ਗੱਲ ਕਰਦੇ ਪਏ ਹੋ, ਆਤਮ ਨਿਰਭਰ ਭਾਰਤ ਵਾ, ਸਕਿੱਲਸ ਦੀ ਗੱਲ ਕੀਤੀ ਜਾ ਰਹੀ ਹੈ, ਸਕਿੱਲਸ ਪੈਦਾ ਕੀਤੀ ਜਾ ਰਹੀ। ਪਰ ਜਦੋਂ ਗਵਰਨਮੈਂਟ ਦੇ ਨਾ ਮੈਨੀਫੈਸਟੋ ਦੇ ਵਿੱਚ ਆਉਂਦੀ ਹੈ ਨਾ ਗੱਲ, ਕਦੇ ਵੀ ਤੁਹਾਨੂੰ ਨੌਕਰੀ ਦਿੱਤੀਆਂ ਜਾਣਗੀਆਂ ਜਾਂ ਰੁਜ਼ਗਾਰ ਦਿੱਤਾ ਜਾਊਗਾ, ਤਾਂ ਹਰੇਕ ਦੇ ਦਿਮਾਗ 'ਚ, ਮੇਰੇ ਵੀ ਦਿਮਾਗ ਦੇ ਵਿੱਚ ਇਹੀ ਆਊਗਾ, ਹਰੇਕ ਦੇ ਦਿਮਾਗ 'ਚ ਆਊਗਾ ਵੀ ਸਰਕਾਰੀ ਨੌਕਰੀ ਹੋਊ। ਸਰਕਾਰੀ ਨੌਕਰੀ ਦੀ ਗੱਲ ਕਰਦਾ, ਮੈਨੂੰ ਉਸ ਚੀਜ਼ ਨਾਲ ਨਹੀਂ ਵੀ ਮੈਨੀਫੈਸਟੋ ਦੇ ਵਿੱਚ ਜਦ ਆਉਂਦਾ ਵਾ ਵੀ ਤੁਹਾਨੂੰ ਰੁਜ਼ਗਾਰ ਮਿਲੂਗਾ, ਤਾਂ ਉਹ ਰੁਜ਼ਗਾਰ ਸਰਕਾਰੀ ਮੰਨਿਆ ਜਾਂਦਾ, ਵੀ ਅਸੀਂ ਲੋਕਾਂ ਦੇ ਦਿਮਾਗ 'ਚ ਸਰਕਾਰੀ ਆਉਂਦਾ ਵੀ ਸਰਕਾਰੀ ਨੌਕਰੀ ਮਿਲੂਗੀ ਸਾਨੂੰ। ਮੈਂ ਨਾ ਤੁਹਾਨੂੰ 2014 ਤੇ 2019 ਦੇ ਭਾਰਤੀ ਜਨਤਾ ਪਾਰਟੀ ਦੇ ਮੈਨੀਫੈਸਟੋ ਦੀ ਗੱਲ ਕਰਦੇ ਨਾ, ਕਿਤੇ ਵੀ ਉੱਥੇ ਸਰਕਾਰੀ ਨੌਕਰੀ ਨਹੀਂ ਲਿਖੀ। ਧਿਆਨ, ਰੁਜ਼ਗਾਰ ਤਾਂ ਲੋਕਾਂ ਦੀ ਗੱਲ ਕਰ, ਮੈਂ ਤਾਂ ਕਹਿੰਦਾ ਨਹੀਂ ਵੀ ਸਰਕਾਰੀ ਨੌਕਰੀ ਲਿਖਿਆ ਤੁਸੀਂ, ਮੈਂ ਤੁਹਾਡਾ ਕਹਿੰਦਾ ਨਹੀਂ ਹੈਗਾ, ਮੈਂ ਕਹਿੰਦਾ ਵੀ ਲੋਕਾਂ ਦੇ ਮਨ 'ਚ ਆਉਂਦਾ ਵੀ ਸਾਨੂੰ ਸ਼ਾਇਦ ਸਰਕਾਰੀ ਨੌਕਰੀ ਦਿੱਤੀ ਜਾਊਗੀ। ਗੱਲ ਤਾਂ ਸੁਣ ਲਓ, ਜਿਹੜੀ ਚੀਜ਼ ਆਪਾਂ ਕਮਿਟ ਨਹੀਂ ਕੀਤੀ ਤੇ ਆਪਾਂ ਉਸ ਚੀਜ਼ ਨੂੰ ਕਿਉਂ ਪੂਰਾ ਕਰੀਏ? ਅਸੀਂ ਕਿਤੇ ਨਹੀਂ ਉੱਥੇ ਕਿਹਾ ਕਿ ਸਰਕਾਰੀ ਨੌਕਰੀ, ਅਸੀਂ ਕਿਹਾ ਇੰਪਲੋਇਮੈਂਟ ਓਪਰਚੁਨਿਟੀਜ਼। ਉਹ ਪ੍ਰਾਈਵੇਟ ਵੀ ਹੋ ਸਕਦੀ ਹੈ, ਸਰਕਾਰੀ। ਲੇਕਿਨ ਮੈਂ ਤੁਹਾਨੂੰ ਇੱਕ ਚੀਜ਼ ਦੱਸਣਾ, ਇੱਥੇ ਆਪਾਂ ਪੰਜਾਬ ਦੀ ਗੱਲ ਕਰੀਏ, ਪੰਜਾਬ ਦੀ ਤਾਂ ਕੈਪਟਨ ਸਰਕਾਰ ਨੇ ਲਿਖਤਾ ਤੇ ਘਰ ਘਰ ਸਰਕਾਰੀ ਨੌਕਰੀ। ਇਹਨਾਂ ਨੇ ਸਰਕਾਰੀ ਵਰਡ ਯੂਜ਼ ਕੀਤਾ ਹੈ, ਮੋਦੀ ਸਰਕਾਰ ਨੇ ਕਿਤੇ ਸਰਕਾਰੀ ਨਹੀਂ ਵਰਡ ਯੂਜ਼ ਕੀਤਾ, 2014 'ਚ ਵੀ 2019 'ਚ। ਮੋਦੀ ਸਾਹਿਬ ਦਾ ਮਿਸ਼ਨ ਹੈ ਕਿ ਦੇਖੋ ਸਰਕਾਰੀ ਜੌਬਸ ਕ੍ਰੀਏਟ ਕਰਨੀਆਂ ਇੰਨੀ ਆਸਾਨ ਨਹੀਂ ਨੇ। ਉਹਦਾ ਕਾਰਨ ਇਹ ਵੇ, ਆਲਰੇਡੀ ਸਰਕਾਰਾਂ ਦੇ ਉੱਤੇ ਬਹੁਤ ਲੋਡ ਹੁੰਦਾ ਹੈ। ਕਿੱਥੋਂ ਤੁਸੀਂ ਕ੍ਰੀਏਟ ਕਰੋਗੇ? ਤਨਖਾਹਾਂ ਕਿੱਥੋਂ ਲਿਆਓਗੇ? ਤੁਹਾਨੂੰ ਪਤਾ ਇੰਡੀਆ ਦੀ 95% ਲੋਕ ਟੈਕਸ ਨਹੀਂ ਪੇ ਕਰਦੇ ਹੈ, 5% ਲੋਕ ਇੱਥੇ ਪੇ ਕਰਦੇ ਆ ਟੈਕਸ, ਜਿਹਦੇ ਨਾਲ ਪੂਰੀ ਇਕੋਨਮੀ ਚੱਲਦੀ ਹੈ। ਜਿਸ ਤਰ੍ਹਾਂ ਹੁਣ ਧੀਰੇ ਧੀਰੇ ਨੈੱਟ ਦੇ ਵਿੱਚ ਲੋਕਾਂ ਨੂੰ ਲਿਆਇਆ ਜਾ ਰਿਹਾ ਇਨਕਮ ਟੈਕਸ, ਤਾਂ ਕਿ ਉਹ ਭਰਨ, ਤਾਂ ਕਿ ਇਹ ਜਿਹੜਾ 5% ਦਾ ਫਿਗਰ ਹੈ ਵੱਧਦੇ 30% 40% ਆਏ, ਤਾਂ ਕਿ ਇਸ ਟੈਕਸ ਸਲੈਬ ਨੂੰ ਥੋੜ੍ਹਾ ਹੋਰ ਰਿਡਿਊਸ ਕੀਤਾ ਜਾਏ ਅਤੇ ਬਰਡਨ ਲੋਕਾਂ 'ਤੇ ਘਟੇ।
ਤੇ ਆਪਾਂ ਮੋਦੀ ਸਰਕਾਰ ਦਾ ਮਿਸ਼ਨ ਇਹ ਹੈ ਕਿ ਹਰ ਬੰਦੇ ਦੇ ਵੀ ਸਕਿੱਲ ਪੈਦਾ ਕਰਕੇ ਉਹਨੂੰ ਸੈਲਫ ਰਿਲਾਇੰਟ ਬਣਾਇਆ ਜਾਏ ਤਾਂ ਕਿ ਉਹ ਵੀ ਅੱਗੇ ਇੰਪਲੋਇਮੈਂਟ ਓਪਰਚੁਨਿਟੀ ਜਨਰੇਟ ਕਰਨ ਜਾਂ ਉਹਨਾਂ ਸਕਿੱਲ ਆ ਜਾਵੇ ਤਾਂ ਵੱਡੀਆਂ ਵੱਡੀਆਂ ਫੈਕਟਰੀਆਂ ਜਿਹੜੀ ਸੈਮਸੰਗ ਦੀਆਂ ਜਾਂ ਹੋਰ ਲੱਗ ਰਹੀਆਂ ਜਾਂ ਹੋਰ ਫੈਕਟਰੀ ਜਿਹੜੀਆਂ ਜਿੰਨੀਆਂ ਚਾਈਨਾ 'ਚ ਬੰਦ ਹੋਈਆਂ ਮੋਦੀ ਸਰਕਾਰ ਨੇ ਸਾਰੀਆਂ ਇੰਡੀਆ 'ਚ ਲਵਾਈਆਂ ਨੇ। ਅੱਜ ਦੇਖੋ ਪੰਜਾਬ ਜਿਹੜਾ ਹੈ ਗੱਲ ਕੀ ਹੈ ਨਾ ਵੀ ਚਾਈਨਾ ਦੇ ਚਲੋ ਇਹ ਪੁਆਇੰਟ ਜ਼ਰੂਰ ਕਹੂੰਗਾ, ਇਹ ਜ਼ਰੂਰੀ ਹੈ। ਕਾਰਪੋਰੇਟ ਦੀ ਜਿੰਨਾ ਇੱਥੇ ਖਿਲਾਫਤ ਕਰਕੇ ਕਿਸਾਨਾਂ ਨੂੰ ਉਕਸਾ ਕੇ ਉਹ ਕਾਰਪੋਰੇਟ ਦੇ ਖਿਲਾਫ ਕੀਤਾ ਜਾ ਰਿਹਾ, ਉਹ ਜਿੰਨੀ ਕਾਰਪੋਰੇਟ ਲੌਬੀ ਹੈ ਜਾਂ ਬਾਹਰਲੇ ਜਿੰਨੀ ਕੰਟਰੀਜ਼ ਦੀ ਕੰਪਨੀਆਂ ਆ ਰਹੀਆਂ ਉਹ ਫੈਕਟਰੀਆਂ ਆ ਰਹੀਆਂ, ਉਹ ਸਾਰੀਆਂ ਯੂਪੀ, ਹਰਿਆਣੇ, ਰਾਜਸਥਾਨ, ਮੱਧ ਪ੍ਰਦੇਸ਼ ਉੱਧਰ ਜਾ ਰਹੀਆਂ, ਇੱਧਰ ਆਉਣ ਨੂੰ ਕੋਈ ਤਿਆਰ ਨਹੀਂ। ਤੇ ਜਦ ਆਪਾਂ ਅੱਜ ਕੈਪਟਨ ਸਾਹਿਬ ਦੀ ਮੈਂ ਗੱਲ ਕਰੂੰ, ਕੈਪਟਨ ਸਾਹਿਬ ਪਹਿਲਾਂ ਕਹਿੰਦੇ ਸੀਗੇ ਇਹ ਕਾਰਪੋਰੇਟਸ ਨੇ ਜਿਹੜੇ ਉਹ ਲੈਂਡ ਤੇ ਕਬਜ਼ਾ ਕਰਨਾ ਚਾਹੁੰਦੇ ਨੇ, ਉਹਨਾਂ ਨੂੰ ਇੱਥੋਂ ਭਜਾਓ। ਤੇ ਅੱਜ ਕੈਪਟਨ ਸਾਹਿਬ ਦਾ 1-2 ਦਿਨ ਪਹਿਲਾਂ ਦਾ ਹੀ ਤੁਸੀਂ ਇੰਟਰਵਿਊ ਸੁਣ ਲਓ, ਉਹ ਕਹਿੰਦੇ ਨੇ ਇਹ ਜਿਹੜੇ ਕਾਰਪੋਰੇਟਸ ਜੇ ਸਾਡੀ ਸਟੇਟ 'ਚ ਨਹੀਂ ਆਉਣਗੇ ਤੇ ਜੇ ਇੰਡਸਟਰੀ ਸਾਡੇ ਸਟੇਟ 'ਚ ਨਹੀਂ ਆਏਗੀ ਤਾਂ ਸਾਡੀ ਸਟੇਟ ਜਿਹੜੀ ਤਬਾਹ ਹੋ ਜਾਊਗੀ, ਇੰਪਲੋਇਮੈਂਟ ਕਿੱਥੋਂ ਜਨਰੇਟ ਹੋਏਗੀ। ਹੁਣ ਕੈਪਟਨ ਸਾਹਿਬ ਆਪ ਹੀ ਦੋ ਗੱਲਾਂ ਕਰੀ ਜਾ ਰਹੇ ਨੇ, ਕਾਂਗਰਸ ਪਾਰਟੀ ਆਪ ਦੋ ਗੱਲਾਂ ਕਰੀ ਜਾ ਰਹੀ, ਇੱਕ ਪਾਸੇ ਉਕਸਾ ਰਹੀ ਕਿ ਕਾਰਪੋਰੇਟ ਨੂੰ ਭਜਾਓ, ਅਡਾਨੀ ਨੂੰ ਭਜਾਓ, ਅੰਬਾਨੀ ਨੂੰ ਭਜਾਓ, ਦੂਜੇ ਪਾਸੇ ਕਹਿ ਰਹੇ ਨੇ ਕਿ ਕਾਰਪੋਰੇਟ ਇਨਵੈਸਟਮੈਂਟ ਜਿਹੜੀ ਹੈ ਜਾਂ ਇੰਡਸਟਰੀ ਸਾਡੇ ਸਟੇਟ 'ਚ ਨਹੀਂ ਆ ਰਹੇ। ਉਹ ਕਿਸ ਤਰ੍ਹਾਂ ਆਣਗੇ ਜਦ ਤੁਸੀਂ ਮਾਹੌਲ ਹੈ ਜੋ ਕ੍ਰੀਏਟ ਕਰ ਦੋਗੇ ਜਿੱਥੇ ਕਿ ਕਾਰਪੋਰੇਟਸ ਆਉਣਾ ਨਹੀਂ ਚਾਹੁੰਦੇ, ਜਿੱਥੇ ਇੰਡਸਟਰੀ ਆਉਣੀ ਨਹੀਂ ਚਾਹਦੀ, ਦੂਜੇ ਸਟੇਟਸ ਨੂੰ ਫਾਇਦਾ ਹੋ ਰਿਹਾ, ਇੱਥੇ ਨੁਕਸਾਨ ਹੋ ਰਿਹਾ। ਅੱਛਾ, ਅਖੀਰਲਾ ਕੁਐਸਚਨ ਤੁਹਾਨੂੰ ਪੁੱਛਦਾ ਹੁਣ ਮੋਗਾ ਜੀ, ਅਖੀਰਲਾ ਕੁਐਸਚਨ ਕੀ ਹੁਣ ਬਿਨਾਂ ਦੇਖੇ ਤੁਸੀਂ ਦੱਸ ਸਕਦੇ ਹੋ ਨਾਮ 3 ਐਕਟਸ ਦੇ? ਹੁਣ ਤਾਂ ਤੁਸੀਂ ਬੋਲ ਕੇ ਮੈਂ ਤੁਹਾਨੂੰ ਇੱਕ ਚੀਜ਼ ਦੱਸਦਾ, ਅਸੈਂਸ਼ੀਅਲ ਫੂਡ ਕਮੋਡਿਟੀਜ਼ ਐਕਟ 2020 ਅਮੈਂਡਮੈਂਟ, ਠੀਕ ਹੈ। ਫਾਰਮਰਸ ਪ੍ਰੋਡਿਊਸ ਪ੍ਰੋਕਿਉਰਮੈਂਟ ਟ੍ਰੇਡ ਕਾਮਰਸ ਐਂਡ ਅਪਲਿਫਟਮੈਂਟ, ਇੱਕ ਉਹ ਹੈ ਔਰ ਇੱਕ ਹੋਰ ਹੈ। ਦੇਖੋ ਜਿੰਨਾ ਮੈਨੂੰ ਯਾਦ ਹੈ ਉਹਨਾਂ ਮੈਂ ਕਹਿ ਦਿੱਤਾ, ਤੁਸੀਂ ਇਹ ਨਹੀਂ ਕਹਿ ਸਕਦੇ ਕਿ ਮੈਂ ਨਹੀਂ ਕਿਹਾ। ਚਲੋ ਬਹੁਤ ਵਧੀਆ, ਧੰਨਵਾਦ ਬਹੁਤ ਤੁਹਾਡਾ। ਸੋ ਵਧੇਰੀ ਅਪਡੇਟ ਸੀ ਜੁੜੋ ਲੁਧਿਆਣਾ ਟਾਈਮਸ ਨਾਲ। ਕੈਮਰਾਮੈਨ ਤੋਂ ਤੁਹਾਡੇ ਨਾਲ ਗੁਰਦੀਪ ਸਿੰਘ ਲੰਮੇ, ਲੁਧਿਆਣਾ ਟਾਈਮਸ। ਵਧੇਰੇ ਜਾਣਕਾਰੀ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਪਬਲਿਕ ਟਾਈਮਸ ਅਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਤੇ ਕਲਿੱਕ ਕਰਨਾ ਨਾ ਭੁੱਲੋ।